लगातार जिन्ने दिन मानसून सैशन ਚੱਲੂਗਾ उन्ने दिन संसद मार्च किया जाऊगा। ਪੰਜਾਬ ਦੀਆਂ ਕਿੰਨੀ ਜਥੇਬੰਦੀਆਂ ਮੰਨ ਕੇ ਚੱਲ ਰਹੇ ਹੋ? 40 ਤੁਸੀਂ ਜਾਂ ਇਸ ਤੋਂ ਵੱਧ? ਜੇ ਪੁਲਿਸ ਰੋਕਦੀ ਹੈ ਤਾਂ ਕੱਲ ਨੂੰ ਕਿਸ ਤਰ੍ਹਾਂ ਹੋਊਗਾ ਜਾਂ ਫਿਰ ਉੱਥੇ ਪ੍ਰਦਰਸ਼ਨ ਜਿਹੜਾ ਉਹ ਕਿਵੇਂ ਕੀਤਾ ਜਾਣਾ? ਰਾਜ ਲਿਆਇਆ ਤਾਂ ਦੰਗੇ ਕਰਕੇ, यूपी ਦੇ ਵਿੱਚ ਰਾਜ ਲਿਆਇਆ ਤਾਂ ਦੰਗੇ ਕਰਕੇ। ਕਿਸਾਨੀ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਤੇ 8 ਮਹੀਨੇ ਦਾ ਸਮਾਂ ਹੋ ਚੱਲਿਆ। ਕਿਸਾਨਾਂ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਸੰਸਦ ਦੇ ਬਾਹਰ ਜਾਣਗੇ, ਉੱਥੇ ਰੋਸ ਪ੍ਰਦਰਸ਼ਨ ਕਰਨਗੇ ਔਰ ਜਿਹੜੇ ਵੀ ਸੰਸਦ ਅੰਦਰ ਜਾਣਗੇ ਉਹਨਾਂ ਤੱਕ ਇਹ ਸੁਨੇਹਾ ਪਹਿਲਾਂ ਪਹੁੰਚਾ ਦਿੱਤਾ ਗਿਆ ਤੇ ਹੁਣ ਵੀ ਸੁਨੇਹਾ ਜਿਹੜਾ ਉੱਥੇ ਸੰਸਦ ਦੇ ਬਾਹਰ ਪਹੁੰਚਾਇਆ ਜਾਊਗਾ ਕਿ ਅੰਦਰ ਕਿਸਾਨਾਂ ਦੀ ਆਵਾਜ਼ ਚੁੱਕੀ ਜਾਏ ਤਾਂ ਜੋ ਮੋਦੀ ਸਰਕਾਰ ਦੇ ਉੱਤੇ ਦਬਾਅ ਪਾ ਸਕਣ ਕਿ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਬਾਬਤ ਵੱਖ-ਵੱਖ ਐਲਾਨ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਆ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੇ ਗਏ ਆ। ਉਹਨਾਂ ਦੇ ਵਿੱਚ ਸੰਸਦ ਦੇ ਬਾਹਰ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ, ਕਿਸ ਜਥੇਬੰਦੀ ਦੇ ਕਿੰਨੇ ਕਿਸਾਨ ਜਿਹੜੇ ਨੇ ਉਹ ਸੰਸਦ ਵੱਲ ਜਾਣਗੇ ਔਰ ਰੋਜ਼ ਕਿੰਨੇ ਕਿਸਾਨਾਂ ਦਾ ਜਥਾ ਉਹ ਸੰਸਦ ਵੱਲ ਵਧੇਗਾ। ਇਸ ਤੋਂ ਇਲਾਵਾ ਹੋਰ ਵੀ ਕੁਝ ਸਵਾਲ ਹੋਣਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਨੇ। ਅੱਜ ਅਸੀਂ ਸਿੰਘੂ ਬਾਰਡਰ ਦੇ ਉੱਤੇ ਮੌਜੂਦ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਦੀਆਂ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ, ਕੱਲ ਸੰਸਦ ਦੇ ਬਾਹਰ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਹੈ, ਸੰਯੁਕਤ ਕਿਸਾਨ ਮੋਰਚੇ ਨੇ ਉਸ ਬਾਬਤ ਮੀਟਿੰਗ ਕੀਤੀ ਸੀਗੀ, ਸਾਰੇ ਐਲਾਨ ਹੋ ਗਏ ਹੈ, ਕਿਸ ਤਰ੍ਹਾਂ ਪ੍ਰੋਗਰਾਮ ਬਣਾਇਆ ਗਿਆ? ਬਿਲਕੁਲ ਉਹ ਜਿਹੜੀ ਤਿਆਰੀ ਸੀਗੀ, ਜਿਹੜੀ ਸੰਸਦ ਮਾਰਚ ਦਾ ਕਾਫੀ ਦੇਰ ਦੇ ਹੀ ਇਹ ਕਿਸਾਨ ਵੀਰਾਂ ਦਾ, ਯੂਥ ਦਾ ਲੋੜ ਸੀ ਵੀ ਇਸ ਦੀ ਕਰੀਏ। ਤੇ ਜਿਹੜਾ 17 ਤਰੀਕ ਨੂੰ ਅਸੀਂ ਉਹਨਾਂ ਨੂੰ ਪਹਿਲਾਂ ਇੱਕ ਵਿਪ ਜਾਰੀ ਕਰਕੇ ਮੇਲ ਥਰੂ ਜਾਂ ਬਾਈ ਹੈਂਡ ਹਰ ਐਮਪੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦਾ ਆਪਾਂ ਸੀਨ ਦੇਖਿਆ ਵੀ ਆ। ਪਾਰਲੀਮੈਂਟ ਚੱਲਦੇ ਹੋਏ ਜਿਹੜੇ ਵਿਰੋਧੀ ਦਿਲ ਦੇ ਪਾਰਟੀ ਸੀ ਉਹ ਬਾਹਰ ਆ ਕੇ ਸਾਡੀਆਂ ਮੰਗਾਂ ਰੱਖ ਰਹੇ ਸੀਗੇ। ਇਸ ਚੀਜ਼ ਦਾ ਫਰਕ ਪੈਣਾ ਸ਼ੁਰੂ ਹੋਇਆ ਤੇ ਹੁਣ ਜਿਹੜੀ ਕੱਲ ਨੂੰ ਸੰਸਦ ਮਾਰਚ ਰੱਖਿਆ ਅਸੀਂ ਤੇ ਲਗਾਤਾਰ ਜਿੰਨੇ ਦਿਨ ਮਾਨਸੂਨ ਸੈਸ਼ਨ ਚੱਲੂਗਾ ਉਨੇ ਦਿਨ ਸੰਸਦ ਮਾਰਚ ਕੀਤਾ ਜਾਊਗਾ। ਤੇ 5-5 ਬੰਦੇ ਇੱਕ ਜਥੇਬੰਦੀ ਦੇ ਲਾਏ ਸੀ। 200 ਤੋਂ 250 ਬੰਦਾ ਤਕਰੀਬਨ 40 ਜਥੇਬੰਦੀਆਂ ਤੋਂ ਜਾਣਾ ਸੀ। ਪਰ ਅੱਜ ਹਰਿਆਣਾ ਤੇ यूपी ਦੇ ਵੱਲੋਂ ਉਹ ਵੀ ਆਇਆ ਵੀ ਸਾਨੂੰ ਬਾਅਦ 'ਚ ਨਹੀਂ, ਅਸੀਂ ਬਰਾਬਰ ਦੀ ਭਾਗੀਦਾਰੀ ਦੇਵਾਂਗੇ। ਹੁਣ 3 ਜਾਣੇ ਪੰਜਾਬ ਦੀ ਜਥੇਬੰਦੀਆਂ ਵੱਲੋਂ ਜਾਣਗੇ ਤੇ 2 ਜਾਣੇ ਅਲੱਗ-ਅਲੱਗ ਮਤਲਬ यूपी, ਹਰਿਆਣਾ ਤੇ ਰਾਜਸਥਾਨ ਦੇ ਸਾਡੇ ਕਿਸਾਨ ਵੀਰ ਆ, ਉਹਨਾਂ ਦੀ ਮੰਗ ਆ ਵੀ ਅਸੀਂ ਪੈਰਲ ਬਰਾਬਰ ਹੀ ਜਾਣਾ। ਅੱਗੇ ਸੀ ਪੰਜਾਬ ਦੀਆਂ ਕਿੰਨੀ ਜਥੇਬੰਦੀਆਂ ਮੰਨ ਕੇ ਚੱਲ ਰਹੇ ਹੋ? 40 ਤੁਸੀਂ ਜਾਂ ਇਸ ਤੋਂ ਵੱਧ? ਨਹੀਂ, 32 ਜਥੇਬੰਦੀਆਂ ਨੇ ਜੀ ਤੇ ਇੱਕ 33ਵੀਂ ਗੁਰਹਾ ਸਾਹਿਬ ਨੇ, ਉਹ ਬਾਹਰ ਨੇ। ਇਹ 33 ਜਥੇਬੰਦੀਆਂ। 40 ਦਾ ਪਹਿਲਾਂ ਅਸੀਂ ਬਣਾਇਆ ਤਾਂ ਸੀ ਵੀ ਜੇ 40 ਜਿਹੜੀ ਮੀਟਿੰਗ ਕਰਨ ਜਾਂਦੇ ਸੀ, ਜਿੱਥੇ ਉੱਤਰਾਖੰਡ ਨੂੰ ਵੀ ਨੁਮਾਇੰਦਗੀ ਮਿਲੀ ਹੋਈ ਸੀ, यूपी ਨੂੰ ਵੀ ਨੁਮਾਇੰਦਗੀ ਮਿਲੀ ਹੋਈ ਸੀ, ਹਰਿਆਣੇ ਨੂੰ ਵੀ ਨੁਮਾਇੰਦਗੀ ਮਿਲੀ ਹੋਈ ਸੀ, ਰਾਜਸਥਾਨ ਨੂੰ ਵੀ ਨੁਮਾਇੰਦਗੀ ਮਿਲੀ ਹੋਈ ਸੀ, ਵੈਸਟ ਬੰਗਾਲ ਨੂੰ ਵੀ ਨੁਮਾਇੰਦਗੀ ਮਿਲੀ ਹੋਈ ਸੀਗੀ। ਤਾਂ ਉਹ ਸਾਰੀ ਮਹਾਰਾਸ਼ਟਰ ਨੂੰ, ਮੱਧ ਪ੍ਰਦੇਸ਼ ਨੂੰ ਨੁਮਾਇੰਦਗੀ ਮਿਲੀ ਹੋਈ ਸੀ। ਉਹ 40 ਜਥੇਬੰਦੀਆਂ ਸੀ। ਅਸੀਂ ਉਹ 40 ਜਥੇਬੰਦੀਆਂ ਨੂੰ ਮੰਨਿਆ ਗਿਆ ਜਿਹੜੇ ਨਾਲ ਸਰਕਾਰ ਦੇ ਨਾਲ ਗੱਲ ਕਰਦੀ ਹੈ। ਤਾਂ ਇਸ ਕਰਕੇ ਉਹ ਦੀ ਨੁਮਾਇੰਦਗੀ ਸੀ। ਉਸ ਤੋਂ ਬਾਅਦ ਫਿਰ ਜਿਹੜੀ ਬਾਕੀ ਜਥੇਬੰਦੀ ਸਾਡੇ ਨਾਲ ਕੰਮ ਕਰ ਰਹੀਆਂ, ਜਿਹੜੀਆਂ ਬੈਠੀਆਂ ਨੇ 8 ਮਹੀਨੇ ਦੀ ਸਾਡੇ ਨਾਲ ਹੀ ਨੇ, ਹਰਿਆਣੇ ਦੀਆਂ, ਰਾਜਸਥਾਨ ਦੀਆਂ, ਕਹਿ ਲਓ ਵੀ ਜਿਹੜਾ यूपी ਵਾਲਾ ਬਾਰਡਰ ਆ, ਗਾਜ਼ੀਪੁਰ ਬਾਰਡਰ ਆ, ਟਿਕਰੀ ਬਾਰਡਰ ਆ, ਸਿੰਘੂ ਬਾਰਡਰ, ਅਲੱਗ-ਅਲੱਗ ਤਰ੍ਹਾਂ ਦੀ ਸੀ। ਤਾਂ ਉਹਨਾਂ ਦੀ ਫਿਰ ਮੰਗ ਹੋਈ ਸਾਨੂੰ ਵੀ ਐਡਜਸਟ ਕੀਤਾ ਜਾਵੇ। ਤਾਂ ਅੱਜ ਸਪੈਸ਼ਲ ਮੀਟਿੰਗ ਸੱਦ ਕੇ ਅੱਜ ਹੀ ਸਾਡੇ ਫੈਸਲਾ ਕੀਤਾ ਗਿਆ ਵੀ 3 ਬੰਦੇ ਪੰਜਾਬ ਦੀ ਜਥੇਬੰਦੀਆਂ 'ਚੋਂ ਤੇ 2 ਬੰਦੇ ਬਾਕੀ ਇੰਡੀਆ ਦੀ ਜਥੇਬੰਦੀ 'ਚੋਂ ਚਾ ਸਕਦੇ। ਤੁਸੀਂ ਜਾ ਰਹੇ ਜਥੇ ਮਤਲਬ ਜਿਹੜਾ ਪਹਿਲਾ ਜਥਾ ਜਾਏਗਾ ਉਹਦੇ 'ਚ ਤੁਸੀਂ ਹੈਗੇ ਮੌਜੂਦ? ਪਹਿਲੇ ਜਥੇ ਵਿੱਚ ਅਸੀਂ ਆਪਣੀ ਜਥੇਬੰਦੀ ਦਾ ਫੈਸਲਾ ਸੀ ਸਾਡਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ, ਤੇ ਉਹਦੇ 'ਚ ਅਸੀਂ ਜਿਵੇਂ 17-18 ਦਿਨ ਸੀ, 20 ਜ਼ਿਲ੍ਹੇ ਆ ਸਾਡੇ, 3 ਰੱਖ ਕੇ ਜ਼ਿਲ੍ਹੇ ਸਾਈਡ ਤੇ ਸਪੇਅਰ ਦੇ ਵਿੱਚ 17 ਜ਼ਿਲ੍ਹਿਆਂ ਦੀ ਅਸੀਂ ਵਾਰੀ ਲਾ ਲਈ ਸੀ। ਲੁਧਿਆਣੇ, ਮੈਂ ਸੀਨੀਅਰ ਲੁਧਿਆਣਾ ਜ਼ਿਲ੍ਹਾ ਕੱਲ ਡਿਊਟੀ ਆ ਤੇ ਮੈਂ ਜਾ ਰਿਹਾ। ਤੇ ਹੁਣ ਜਿਹੜਾ ਪ੍ਰੋਗਰਾਮ ਆ ਉਹ ਕੀ ਹੈ? ਉੱਥੇ ਜਾ ਕੇ ਕਿਸ ਤਰ੍ਹਾਂ ਰੋਸ ਜਿਹੜਾ ਪ੍ਰਦਰਸ਼ਨ ਕਰਨਾ ਹੈ? ਜੇਕਰ ਪੁਲਿਸ ਰਸਤੇ ਦੇ ਵਿੱਚ ਤੁਹਾਨੂੰ ਰੋਕਦੀ ਹੈ, ਪਹਿਲੀ ਗੱਲ ਇਹ ਦੱਸੋ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਇਸ ਬਾਬਤ ਗੱਲ ਹੋਈ ਹੈ ਵੀ ਅਸੀਂ ਉੱਥੇ ਜਾ ਕੇ ਰੋਸ ਮਾਰਚ ਕਰਨਾ, ਸਾਨੂੰ ਜਿਹੜੀ ਆ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ ਹੋਈ? ਜੇ ਪੁਲਿਸ ਰੋਕਦੀ ਹੈ ਤਾਂ ਕੱਲ ਨੂੰ ਕਿਸ ਤਰ੍ਹਾਂ ਹੋਊਗਾ ਜਾਂ ਫਿਰ ਉੱਥੇ ਪ੍ਰਦਰਸ਼ਨ ਜਿਹੜਾ ਉਹ ਕਿਵੇਂ ਕੀਤਾ ਜਾਣਾ? ਸਾਡੀ 9 ਮੈਂਬਰੀ ਗਈ ਸੀ ਮੀਟਿੰਗ ਕਰਨ। ਇੱਕ ਦਿਨ ਉਹਨਾਂ ਨੇ ਮਨਾ ਕਰਤਾ ਸੀ, ਫਿਰ ਇੱਕ ਦਿਨ ਛੱਡ ਕੇ ਕੱਲ ਬੁਲਾਏ ਸੀਗੇ। ਕੱਲ ਵੀ ਉਹਨਾਂ ਨੇ ਕੋਈ ਪਰਮਿਸ਼ਨ ਦਿੱਤੀ ਨਹੀਂ। ਅੱਛਾ, ਕਿਹਦੇ ਨਾਲ ਹੋਈ ਸੀ ਮੀਟਿੰਗ? ਜਿਹੜੇ ACP ਨੇ, ਹਾਂਜੀ, ਤੇ 9 ਮੈਂਬਰੀ ਗਏ ਸੀ। ਉਹਨਾਂ ਨੇ ਫਿਰ ਉਸ ਤੋਂ ਬਾਅਦ ਅਸੀਂ ਫੈਸਲਾ ਕਰ ਲਿਆ ਵੀ ਸਾਡਾ ਪ੍ਰੋਗਰਾਮ ਜਿਉਂ ਦਾ ਤਿਉਂ ਰਹੂਗਾ। ਅਸੀਂ ਇੱਥੋਂ ਬਾਈ ਬੱਸ ਬਿਠਾ ਕੇ ਆਈ ਕਾਰਡ ਦਿੱਤੇ ਹੋਣਗੇ, ਸਾਰੇ ਬੰਦਿਆਂ ਨੂੰ ਨੋਮੀਨੇਟ ਕੀਤੇ ਹੋਣਗੇ, ਆਪਣੇ ਲੋਕੇਟ ਕੀਤੇ ਹੋਣਗੇ, ਉਹਦੇ ਉੱਤੇ ਜਥੇਬੰਦੀ ਦੇ ਪ੍ਰਧਾਨ ਦੇ ਸਾਈਨ ਤੇ ਇੱਥੇ ਜਿਹੜੇ ਸਾਡੇ ਸੰਯੁਕਤ ਮੋਰਚੇ ਦੇ ਸਾਈਨ ਕੀਤੇ ਹੋਣਗੇ। ਰਾਜੇਵਾਲ ਸਾਹਿਬ ਨੇ, ਉਹਨਾਂ ਨੂੰ ਅਥਾਰਟੀ ਆ ਵੀ ਉਹ ਸਾਈਨ ਕਰਕੇ ਅਸੀਂ ਇੱਥੋਂ ਬਾਈ ਬੱਸ ਚਾੜਾਂਗੇ ਤੇ ਪਾਰਲੀਮੈਂਟ ਸਟਰੀਟ ਦੇ ਬਾਹਰ ਜਾ ਕੇ ਉੱਥੇ ਬੱਸ 'ਤੇ ਉਤਰ ਕੇ ਉੱਥੋਂ ਰੋਸ ਮਾਰਚ ਕਰਾਂਗੇ ਜਿੱਥੇ ਵੀ ਰੋਕਿਆ ਜਾਊਗਾ। ਜੇ ਰਸਤੇ 'ਚ ਬੱਸ ਰੋਕਿਆ ਜਾਂਦਾ, ਜਿੱਥੇ ਵੀ ਰੋਕਿਆ ਗਿਆ ਉੱਥੇ ਹੀ ਅਸੀਂ ਬੈਠ ਕੇ
ਪਾਰਲੀਮੈਂਟ ਆਪਣੀ ਬਰਾਬਰ ਦੀ ਮੌਨਸੂਨ ਸੈਸ਼ਨ ਲਾਵਾਂਗੇ ਤੇ ਆਪਣੇ ਜਿਹੜੇ ਸਾਡੇ 3 ਕਾਨੂੰਨ ਨੇ MSP ਦੇ ਉੱਤੇ ਜਿਹੜਾ ਲਾਅ ਬਣਾਉਣਾ ਇਹਨਾਂ ਦੇ ਉੱਤੇ ਬਹਿਸ ਕਰਾਂਗੇ। ਉਹ ਕਿਸ ਤਰ੍ਹਾਂ ਹੋਊਗਾ ਉਸ ਬਾਬਤ ਲਿਖਿਆ ਕੁਝ? ਕੌਣ ਸਪੀਕਰ ਬਣੂਗਾ, ਕੌਣ ਡਿਪਟੀ ਸਪੀਕਰ ਬਣੂਗਾ, ਕਿਸ ਤਰ੍ਹਾਂ ਮੁੱਦੇ ਵਿਚਾਰੇ ਜਾਣਗੇ, ਕੀ ਵਿਰੋਧੀ ਧਿਰਾਂ ਵੀ ਉਹਦੇ ਵਿੱਚ ਬਣਾਈਆਂ ਗਈਆਂ, ਕੀ ਕੁਝ ਹੋਊਗਾ, ਸਾਰਾ ਪਲਾਨ ਕੀ ਹੈ? ਬਿਲਕੁਲ ਐਜ਼ ਪੈਰਲਲ ਪਾਰਲੀਮੈਂਟ ਹੋਊਗੀ, ਸਪੀਕਰ ਵੀ ਚੁਣਿਆ ਜਾਊਗਾ, ਡਿਪਟੀ ਸਪੀਕਰ ਵੀ ਚੁਣਿਆ ਜਾਊਗਾ, ਉਦੋਂ ਮੌਕੇ ਤੇ ਚੁਣਿਆ ਜਾਊਗਾ, ਵਿਰੋਧੀ ਦਲ ਵੀ ਬਣਾਏ ਜਾਣਗੇ। ਤੇ ਜਿਹੜਾ ਮੁੱਦਾ ਅਸੀਂ ਉਹ ਰੱਖਿਆ, ਉਹ ਜਿਹੜਾ ਪਹਿਲਾ ਆਪਣਾ ਲਾਅ APMC ਮੰਡੀ ਨੂੰ ਬ੍ਰੇਕ ਕੀਤਾ ਤੇ ਓਪਨ ਮੰਡੀ ਰੱਖੀ ਆ, ਉਹ ਕੱਲ ਡਿਸਕਸ ਕੀਤਾ ਜਾਊਗਾ। ਇਦਾਂ ਹੀ ਰੋਜ਼ ਇੱਕ ਮੁੱਦਾ ਦਿੱਤਾ ਜਾਊਗਾ, ਉਹ ਜਾ ਕੇ ਉੱਥੇ ਡਿਸਕਸ ਕੀਤਾ ਜਾਊਗਾ। ਜੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਫਿਰ ਪੁਲਿਸ ਨੇ ਗਰਸ ਕਰਕੇ ਅਸੀਂ ਗ੍ਰਿਫਤਾਰੀ ਦੇਵਾਂਗੇ ਤੇ ਫੈਸਲਾ ਹੋਇਆ ਵੀ ਕੋਈ ਵੀ ਬੰਦਾ ਸਾਡਾ ਕਿਸਾਨ ਵੀਰ ਇਹ ਤੋਂ ਜ਼ਮਾਨਤ ਨਹੀਂ ਕਰਾਊਗਾ ਪੱਕਾ। ਉਸ ਤੋਂ ਬਾਅਦ ਅਗਲੇ ਦਿਨ ਫਿਰ ਕੀ ਇਸੇ ਤਰ੍ਹਾਂ ਫਿਰ ਟੀਮ ਤਿਆਰ ਆ ਜੀ, ਟੀਮ ਉਹ ਹਰ ਰੋਜ਼ ਫਿਰ ਜਦ ਤੱਕ ਮੌਨਸੂਨ ਸੈਸ਼ਨ ਚੱਲਦਾ ਜਦ ਤੱਕ ਚੱਲਦੇ ਰਹਿਣਗੀਆਂ ਟੀਮਾਂ, ਬੇਸ਼ੱਕ ਉਹ ਗ੍ਰਿਫਤਾਰ ਕਰਦੇ ਰਹਿਣ ਬੇਸ਼ੱਕ ਨਾ ਕਰਨ। ਕੁਝ ਇਹ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਨੂੰ ਉਠਾ ਦਿੱਤਾ ਜਾਵੇ ਜਾਂ ਅਸੀਂ ਉਠਾ ਦਿਆਂਗੇ। ਭਾਜਪਾ ਦੇ ਵੱਲੋਂ ਕੁਝ ਇਸ ਤਰ੍ਹਾਂ ਦੇ ਪ੍ਰਚਾਰ ਜਿਹੜਾ ਉਹ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕਿ ਅੱਜ ਵਾਕਈ ਹੀ ਭਾਜਪਾ ਦੇ ਲੋਕ ਆਏ ਸੀਗੇ ਇਸ ਤਰ੍ਹਾਂ ਕਰਨ ਦੇ ਲਈ? ਦੇਖੋ ਇਸ ਤਰ੍ਹਾਂ ਦੇ ਪ੍ਰੋਵੋਕਿੰਗ ਜਿਹੜੀ ਲੈਂਗੁਏਜ ਆ, ਪੋਸਟਰਸ ਲਾਉਣੇ ਇੱਥੇ ਵੀ ਅਸੀਂ ਇੱਥੋਂ ਰੈਲੀ ਕਰਾਂਗੇ ਜਾਂ ਇੱਥੋਂ ਉਠਾਇਆ ਜਾਵੇ ਜਾਂ ਮੰਗਤ ਕਰੀ ਜਾਵੇ, ਇਹ BJP ਦੇ ਸ਼ੁਰੂ ਤੋਂ ਰਹੀ ਆ। ਉਹਨਾਂ ਦੀ ਥਿਊਰੀ ਜਿਹੜੀ ਰਾਜ ਕਰਨ ਦੀ ਆ ਡਿਫਰੈਂਟ ਆ, ਉਹ ਤਕਰੀਬਨ ਆਪਣਾ ਸਾਰਾ ਦੇਸ਼ ਦੇਖ ਚੁੱਕਿਆ, ਉਹਨਾਂ ਦਾ ਰਾਜ ਵੀ ਭੋਗ ਰਿਹਾ। ਗੁਜਰਾਤ ਦੇ ਵਿੱਚ ਜੇ ਰਾਜ ਲਿਆ ਤਾਂ ਦੰਗੇ ਕਰਕੇ, UP ਦੇ ਵਿੱਚ ਰਾਜ ਲਿਆ ਤਾਂ ਦੰਗੇ ਕਰਕੇ, ਹਰ ਜਗ੍ਹਾ ਉਹਨਾਂ ਨੂੰ ਇਸ ਤਰੀਕੇ ਦੀ ਰਾਜ ਕਰਨਾ ਹੀ ਆਉਂਦਾ। ਕੋਈ ਚੰਗੇ ਨਾਗਰਿਕਤਾ ਤੌਰ ਤੇ, ਚੰਗੀ ਪਾਰਟੀ ਤੌਰ ਤੇ ਨਹੀਂ ਨਿਕਲੇ। ਇੱਥੇ ਵੀ ਕੋਈ ਪ੍ਰੋਵੋਕਿੰਗ ਲੈਂਗੁਏਜ ਨਾਲ ਮਗਰ ਕਿਸਾਨ ਆਏ ਸੀ, ਪਰ ਸਵੇਰੇ ਅਸੀਂ ਕੱਲ੍ਹ ਹੀ ਜਦੋਂ ਪੋਸਟਰ ਲੱਗੇ ਦੇਖੇ ਸੀ ਤਾਂ ਅਸੀਂ ਜਥੇਬੰਦੀਆਂ ਉੱਥੇ KMP ਦੇ ਖੜ ਗਏ ਸੀਗੀਆਂ ਵੀ ਕੋਈ ਅੱਗੇ ਨਹੀਂ ਆਊਗਾ, ਪਰ DSP ਨੇ ਸਾਡੇ ਨਾਲ ਵਾਅਦਾ ਕੀਤਾ ਵੀ ਨਹੀਂ ਅੱਗੇ ਆਉਣਗੇ, ਤਾਂ ਪਰ ਉਹ ਰੁਕ ਗਏ। ਪਰ ਉਹਨਾਂ ਨੇ ਬਾਰ-ਬਾਰ ਜਿਹੜੀ ਚਾਲਾਂ ਨੇ ਇਹ ਦਿਸ਼ਾ ਕਰ ਰਹੀ ਹੈ ਵੀ ਉਹ ਪਾਰਟੀ ਕਿਹੋ ਜਿਹੇ ਨੂੰ ਆਪਣੀ ਪੇਸ਼ ਕਰ ਰਹੀ ਹੈ, ਆਪਣੀ ਛਵੀ ਉਹਨਾਂ ਦੀ ਕਿਹੋ ਜਿਹੀ ਆ, ਉਹ ਸਾਰਾ ਸਾਹਮਣੇ ਆ ਰਹੀ ਹੈ। ਅੱਜ ਤਕਰੀਬਨ 8 ਮਹੀਨੇ ਦਾ ਸਮਾਂ ਜਿਹੜਾ ਉਹ ਚੱਲਿਆ ਇੱਥੇ ਬੈਠਿਆਂ ਨੂੰ। ਜਿਹੜੇ ਲਾਗੇ ਤਾਗੇ ਦੇ ਲੋਕ ਆ ਸਿੰਘੂ ਬਾਰਡਰ ਦੇ, ਉਹ ਇਤਰਾਜ਼ ਜਤਾਉਣ ਦੇ ਲਈ ਆਉਂਦੇ ਆ ਕਿ ਸਾਡੇ ਕੰਮਕਾਰ ਰੁਕੇ ਹੋਏ ਆ ਜਾਂ ਫਿਰ ਸਾਨੂੰ ਜਿਹੜਾ ਇਹ ਰਾਹ ਸਾਡਾ ਖੋਲ ਦਿੱਤਾ ਜਾਵੇ, ਸਾਨੂੰ ਇਹ ਦਿੱਕਤਾਂ ਆਉਂਦੀਆਂ ਨੇ, ਜਾਂ ਕਦੇ ਹੁੱਲਾ ਗੁੱਲਾ ਇਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਦੇ ਇਸ ਤਰ੍ਹਾਂ? ਨਹੀਂ, ਅਸੀਂ ਲਗਾਤਾਰ ਬੈਠੇ ਹਾਂ। ਹੁਣ ਤਾਂ ਭਰਾਵੇਬੰਦੀ ਸਾਂਝ ਭਾਈਚਾਰਾ ਬਣ ਚੁੱਕਿਆ। ਈਵਨ 2-2 ਪਿੰਡ ਅੱਗੇ ਇੱਥੋਂ ਰਾਸ਼ਨ ਖਾ ਕੇ ਜਾਂਦੇ ਨੇ ਜਿਹੜੇ ਵਰਕਰਸ ਨੇ ਵਿਚਾਰੇ, ਆਪਣੇ ਲੰਗਰ ਚੱਲਦਾ, ਟੋਟਲ ਲੰਗਰ ਵਸਦਾ ਪਿਆ ਤੇ ਦਵਾਈਆਂ ਦਾ ਲੰਗਰ ਵੀ ਇੱਥੇ ਫ੍ਰੀ ਆਫ ਕਾਸਟ ਵਗਦਾ। ਉਹਨਾਂ ਨੇ ਤਾਂ ਰੂਪ ਹੀ ਨਵਾਂ ਤਰੀਕੇ ਦਾ ਦੇਖਿਆ ਜਿਹੜਾ ਇਸ ਅੰਦੋਲਨ ਦਾ। ਹਾਂ ਜ਼ਰੂਰ ਜਿਹੜੇ ਰਸਤੇ ਦੀ ਗੱਲ ਕਹਿੰਦੇ, ਰਸਤੇ ਖੁੱਲ੍ਹੇ ਨੇ, ਰਸਤੇ ਜਾਣ ਆਉਣ ਕਰਦੇ, ਉਹਨਾਂ ਨੇ ਵਪਾਰ ਦੇ ਵਿੱਚ ਕੋਈ ਤਕਲੀਫ ਨਹੀਂ ਨਾ ਆਉਣ ਹੈਗੀ। ਹਾਂ ਰਸਤੇ 'ਚ ਬੈਠੇ ਆ, ਜਿੰਨਾ ਕੁ ਉਹਨਾਂ ਨੂੰ ਤਕਲੀਫ ਹੈ ਸਾਡੇ ਬੈਠਿਆਂ ਸੜਕਾਂ ਤੇ ਹੈਗੀ ਆ, ਟ੍ਰੈਫਿਕ ਦੇ ਵਿੱਚ ਫਰਕ ਪੈਂਦਾ, ਉਹਨਾਂ ਕੋ ਸਾਡੀ ਗੱਲ ਸਮਝਦੇ ਪਏ ਆ ਵੀ ਅਸੀਂ ਆਰਥਿਕ ਲੜਾਈ ਲੜ ਰਹੇ ਹਾਂ। ਤੇ ਜੇ ਲੜ ਰਹੇ ਹਾਂ ਤਾਂ ਪੂਰੇ ਕਿਸਾਨ ਪੰਜਾਬ ਦੇ ਸ਼ੁਰੂ ਹੋਏ ਸੀ, ਉਹ ਐਂ ਲੱਗਦਾ ਸੀ ਜਿਵੇਂ ਕਿਸਾਨੀ ਲੜਾਈ ਲੈ ਕੇ ਆਏ ਆ, ਪਰ ਜਿੰਨੀ ਇਹ ਲੰਬੀ ਹੋ ਰਹੀ ਹੈ ਉਨੀ ਲੋਕਾਂ ਨੂੰ ਲਾਅ ਪੜ੍ਹ ਰਹੇ ਆ, ਲਾਅ ਸਮਝ ਰਹੇ ਆ। ਇਹ ਸਮਝ ਰਿਹਾ ਵੀ ਆਵਾਮ ਦੀ ਲੜਾਈ ਹੈ, ਕਾਰਪੋਰੇਟ ਘਰਾਣਿਆਂ ਦੇ ਅਗੇਂਸਟ ਆ, ਵੀ ਆਪਣੇ ਸਾਰਿਆਂ ਦੀ ਰੋਟੀ ਦਾ ਇਹ ਜਿਹੜਾ ਰੋਟੀ ਲੈਣ ਦੀ ਖਿੱਚਣ ਦੀ ਗੱਲ ਕੀਤੀ ਜਾਊਗੀ। ਜੇ ਕਾਰਪੋਰੇਟ ਘਰਾਣੇ ਆਉਣਗੇ, ਹੁਣ ਸਾਹਮਣੇ ਦੁਕਾਨਾਂ ਨੇ, ਇਹਨਾਂ ਦੁਕਾਨਾਂ ਨੂੰ ਹੁਣ ਸਮਝ ਆ ਗਿਆ ਵੀ ਜੇ ਕਾਰਪੋਰੇਟ ਘਰਾਣੇ ਆ ਗਏ, ਛੋਟੇ ਛੋਟੇ ਵਪਾਰੀ, ਛੋਟੇ ਛੋਟੇ ਜਿਹੜੇ ਦੁਕਾਨਦਾਰ ਆ, ਇਹਨਾਂ ਨੂੰ ਵੀ ਫਰਕ ਪਊਗਾ। ਜੇ ਆਪਾਂ ਗੱਲ ਕਰੀਏ ਚੋਣਾਂ ਦੀ, 2022 ਦੀਆਂ ਚੋਣਾਂ ਨੂੰ ਲੈ ਕੇ ਹੁਣ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋ ਰਹੀਆਂ, ਤੇ ਤੁਹਾਡੇ ਕੁਝ ਆਪਾਂ ਕਹਿ ਸਕਦੇ ਕਿ ਇੱਕਾ ਦੁੱਕਾ ਕਿਸਾਨ ਆਗੂ ਜਿਹੜੇ ਆ ਜਥੇਬੰਦੀਆਂ ਦੇ ਨਾਲ ਜੁੜੇ ਹੋਏ, ਉਹ ਵੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਵੱਖਰਾ ਆਪਾਂ ਨੂੰ ਇੱਕ ਉਦਾਹਰਨ ਜਿਹੜੀ ਆ ਉਹ ਪੇਸ਼ ਕਰਨੀ ਚਾਹੀਦੀ ਹੈ, ਚੋਣਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਕਿ ਕੁਝ ਜਥੇਬੰਦੀਆਂ ਹੋਰ ਵੀ ਹੈਗੀਆਂ ਜਿਨ੍ਹਾਂ ਨੂੰ ਲੱਗਦਾ ਦਿਲੋਂ ਕਿ ਨਹੀਂ ਇਸ ਤਰ੍ਹਾਂ ਜੋ ਇਹ ਬਿਆਨ ਦਿੱਤਾ ਗਿਆ ਬਿਲਕੁਲ ਠੀਕ ਹੈ, ਅਜਿਹਾ ਕੁਝ ਹੋਣਾ ਚਾਹੀਦਾ, ਪੰਜਾਬ ਦੇ ਵਿੱਚ ਇੱਕ ਵੱਖਰੇ ਬਦਲਾਅ ਦੀ ਲੋੜ ਆ, ਲੋਕ ਚਾਹੁੰਦੇ ਆ? ਜੇ ਆਪਾਂ ਕਹੀਏ ਵੀ ਆਪਾਂ ਪਾਣੀ ਬਚਣਾ ਚਾਹੀਦਾ, ਜੇ ਆਪਾਂ ਕਹੀਏ ਜ਼ਮੀਨ 'ਚ ਜ਼ਹਿਰ ਨਹੀਂ ਪਾਉਣੀ ਚਾਹੀਦੀ, ਫਸਲਾਂ 'ਚ ਜ਼ਹਿਰ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਵਾਤਾਵਰਨ ਸਾਫ਼ ਰੱਖਣਾ ਚਾਹੀਦਾ। ਬੜੀਆਂ ਗੱਲਾਂ ਕਹਿਣ ਨੂੰ ਤੇ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ, ਕਰਨ ਤੱਕ ਬਹੁਤ ਪ੍ਰਤੱਖ ਹੋਣਾ ਪੈਂਦਾ ਉਸ ਵਾਸਤੇ। ਇਸ ਕਰਕੇ ਕਿਸੇ ਟਾਈਮ ਜਦੋਂ ਤੁਸੀਂ ਇੱਕ ਲੜਾਈ, ਇੱਕ ਸੰਘਰਸ਼ ਲੜ ਰਹੇ ਹੋ ਜਿਹਨੂੰ 8 ਮਹੀਨੇ ਨੇੜੇ ਹੋ ਗਏ, 2.5 ਮਹੀਨੇ ਸਾਨੂੰ ਮਗਰ ਹੋ ਗਏ, 10.5 ਮਹੀਨੇ ਪੰਜਾਬ ਨੂੰ ਹੋ ਗਏ, 8 ਮਹੀਨੇ ਹਰਿਆਣੇ ਨੂੰ ਹੋ ਗਏ, ਇੱਕੋ ਲੈਵਲ ਤੇ ਲੱਗੇ ਹੋਏ ਨੇ। ਬਾਕੀ ਅਲੱਗ-ਅਲੱਗ ਸਟੇਟਸ ਅਸੀਂ ਜਾਗਰੂਕ ਕੀਤੀ ਆ, ਉਹ ਮਹੀਨਾ 2 ਮਹੀਨੇ ਬਾਅਦ 'ਚ ਹੋਈਆਂ ਨੇ, ਪਰ ਹੋ ਰਹੀਆਂ ਨੇ। ਆਪਾਂ ਸਾਊਥ ਤੱਕ ਵੀ ਪਹੁੰਚ ਗਏ ਹਾਂ, ਵੈਸਟ ਬੰਗਾਲ ਤੱਕ ਵੀ ਪਹੁੰਚ ਗਏ ਹਾਂ। ਤੇ ਇਹੋ ਜਿਹੀ ਗੱਲ ਕਰਨੀ ਉਸ ਵਕਤ ਜਦੋਂ ਆਪਣਾ 3 ਕਾਨੂੰਨ ਤੇ MSP ਦੇ ਲਾਅ ਦੇ ਉੱਤੇ ਇੱਕ ਵੱਡਾ ਸੰਘਰਸ਼ ਚੱਲ ਰਿਹਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਹੋ ਚੁੱਕਿਆ, ਉਹ 'ਚ ਰਾਜ ਕਰਨੇ ਜਾਂ ਸਰਕਾਰਾਂ ਬਣਾਉਣੀਆਂ ਜਾਂ ਡੈਮੋਕ੍ਰੇਸੀ 'ਚ ਵੋਟ ਰਾਜ ਹੁੰਦਾ। ਅਸੀਂ ਮੰਨਦੇ ਹਾਂ ਵੋਟਾਂ ਨੂੰ, ਵੋਟਾਂ ਪਾ ਕੇ ਡੈਮੋਕ੍ਰੇਸੀ ਚੇਂਜ ਹੁੰਦੀ ਹੈ, ਰਾਜ ਜਿਹੜਾ ਹੈਗਾ ਉਹ ਚੇਂਜ ਕੀਤਾ ਜਾ ਸਕਦਾ, ਸਿਸਟਮ ਚੇਂਜ ਕੀਤਾ ਜਾ ਸਕਦਾ, ਉਹਦੇ 'ਚ ਦੋ ਰਾਏ ਨਹੀਂ। ਪਰ ਅੱਜ ਸਾਡੀ ਲੜਾਈ ਇਸ ਕਾਨੂੰਨਾਂ ਦੇ ਉੱਤੇ ਆ ਤੇ MSP ਦੇ ਉੱਤੇ ਆ। ਜਿਹੜੇ ਕੰਮ ਤੁਸੀਂ ਲੜਾਈ ਕੋਈ ਵੀ ਕੰਮ ਕਰਨ ਅੱਗੋਂ, ਭਲਾ ਘਰ ਦਾ ਹੋਵੇ, ਭਲਾ ਪਿੰਡ ਦਾ, ਭਲਾ ਸ਼ਹਿਰ ਦਾ, ਭਲਾ ਮੁਲਕ ਦਾ ਹੋਵੇ, ਜਾਂ ਅੱਜ ਜਥੇਬੰਦੀਆਂ ਕਰ ਰਹੀਆਂ SKM ਦੇ ਨਾਮ ਤੇ ਇੱਕ ਬਣਾਇਆ ਹੋਇਆ ਗਰੁੱਪ, ਤੇ ਸਰਕਾਰ ਦੇ ਅਗੇਂਸਟ ਲੜ ਰਹੀਆਂ ਨੇ, ਆਪ ਦੀਆਂ ਮੰਗਾਂ ਹੱਕਾਂ ਲਈ ਲੜ ਰਹੀਆਂ ਨੇ, ਤਾਂ ਉਹ 100% ਦੇਣਾ ਚਾਹੀਦਾ।
100% ਤੋਂ ਜੇ 99% ਵੀ ਤੁਸੀਂ ਉਸ 'ਚ ਘੱਟ ਦਿੰਦੇ ਹੋ ਤਾਂ ਕਿਤੇ ਨਾ ਕਿਤੇ ਸਾਨੂੰ ਖਦਸ਼ਾ ਰਹੂਗਾ ਵੀ ਅਸੀਂ ਥੋੜ੍ਹਾ ਜਿਹਾ ਹੋਰ ਮਿਹਨਤ ਕਰ ਲੈਂਦੇ ਤਾਂ ਅਸੀਂ ਲੜਾਈ ਜਲਦੀ ਜਿੱਤ ਲੈਂਦੇ। ਇਸ ਕਰਕੇ ਆਪਣਾ 100% ਦੇ ਕੇ ਪਹਿਲਾਂ ਇਹਨੂੰ ਜਿੱਤਣ ਦਾ ਫਰਜ਼ ਆ, ਉਹ ਗੱਲਾਂ ਬਾਅਦ 'ਚ ਨੇ। ਤੇ ਤੁਹਾਨੂੰ ਐ ਕਿਉਂ ਲੱਗਦਾ ਕਿ 100% ਨਹੀਂ ਦੇ ਹੋਊਗਾ ਜੇਕਰ ਸਿਆਸਤ ਦੇ ਵਿੱਚ ਤੁਸੀਂ ਆ ਜਾਂਦੇ ਹੋ? ਸਿਆਸਤ ਦੇ ਵਿੱਚ ਵੀ ਵਧੀਆ ਚੰਗਾ ਕੀਤਾ ਜਾ ਸਕਦਾ ਜੇਕਰ ਲੋਕ ਚਾਹੁੰਦੇ ਆ ਤਾਂ, ਔਰ ਇੱਧਰ ਵੀ ਨਾਲ ਸੰਘਰਸ਼ ਵੀ ਪੈਰਲਲ ਜਿਹੜਾ ਚੱਲਦਾ ਰਹੂਗਾ। ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਪੋਸੀਬਲ ਹੈਗੀਆਂ? ਨਹੀਂ, ਮੈਨੂੰ ਲੱਗਦਾ ਵੀ ਇਹ ਨਹੀਂ ਪੋਸੀਬਲ ਹੈਗੀਆਂ। ਸਾਡਾ 100% ਜਿਹੜਾ ਇੱਥੇ ਦੇਣਾ ਤੇ ਸਾਡਾ ਭਾਈਚਾਰਕ ਸਾਂਝ ਜਿਹੜੀ ਪਿੰਡਾਂ ਦੀ ਬਣੀ ਹੋਈ ਆ, ਇੱਕ ਆਰਥਿਕ ਲੜਾਈ ਲੜ ਰਹੇ ਆ। ਜਿਹੜੀ ਪਹਿਲੀ ਲੜਾਈ ਆ ਜਿਹੜੀ ਨਾ ਜਾਤ ਤੇ ਆ ਨਾ ਧਰਮ ਤੇ ਆ, ਇੱਕ ਆਰਥਿਕਤਾ ਤੇ ਲੜਾਈ ਆ। ਇਸ ਜਗ੍ਹਾ ਤੇ ਸਵੇਰੇ ਨਮਾਜ਼ ਵੀ ਪੜ੍ਹੀ ਜਾਂਦੀ ਆ, ਪਾਠ ਵੀ ਕੀਤਾ ਜਾਂਦਾ, ਆਰਤੀ ਵੀ ਕੀਤੀ ਜਾਂਦੀ ਆ। ਕੋਈ ਇਹੋ ਜਿਹੀ ਸਟੇਜ ਦਿਖਾ ਦਿਓ ਜਿੱਥੇ ਕੋਈ ਸਿਆਸੀ ਪਾਰਟੀ ਇੰਨਾ ਜ਼ਿਆਦਾ ਜਿਹੜਾ ਭਾਈਚਾਰਕ ਸਾਂਝ ਰੱਖੀ ਹੋਵੇ ਤੇ ਅਗਲੀ ਆਪਣੀ ਸਟੇਜ ਚਲਾਵੇ। ਤੇ ਉਸ ਤੋਂ ਤੁਸੀਂ ਲੜਾਈ ਲੜਦਿਆਂ ਨੂੰ ਹੁਣ ਜਦੋਂ ਆਪਾਂ ਬਿਲਕੁਲ ਨੇੜੇ ਆ, ਆਪਾਂ ਬਹੁਤ 8 ਮਹੀਨੇ ਪਾਰ ਕਰ ਚੁੱਕੇ ਹਾਂ, 10 ਮਹੀਨੇ ਸਾਨੂੰ 10.5 ਮਹੀਨੇ ਸਾਨੂੰ ਹੋ ਗਏ। ਜਦੋਂ ਤੱਕ ਸਾਨੂੰ ਇਹ ਜਿੱਤ ਪ੍ਰਾਪਤ ਨਹੀਂ ਕਰਦੀ, ਮੈਂ ਨਹੀਂ ਕਹਿੰਦਾ ਡਿਵਰਟ ਹੋਣਾ ਚਾਹੀਦਾ ਮਾਈਂਡ ਡਿਵਰਟ ਨਹੀਂ ਹੋਣਾ ਚਾਹੀਦਾ। ਜੇ ਸਰਕਾਰ ਵੀ ਬਣੂਗੀ ਉਹ 5 ਸਾਲ ਦੀ ਬਣਨੀ ਹੈ। ਜੇ ਲਾਅ ਲੱਗ ਗਏ ਸਾਡੀਆਂ ਪੁਸ਼ਤਾਂ ਖਰਾਬ ਹੋ ਜਾਣੀਆਂ ਨੇ। ਅਗਲੀਆਂ ਜਿਹੜੀਆਂ ਜਨਰੇਸ਼ਨਾਂ ਸਾਡੀ ਫਸਲਾਂ ਨੇ, ਜਿਹੜੀ ਕੰਟਰੈਕਟ ਫਾਰਮਿੰਗ ਲੱਗ ਗਈ, ਉਹ ਸਾਡੀ ਜ਼ਮੀਨਾਂ ਦੱਬ ਜਾਣਗੀ। ਜਿਹੜੇ ਕੰਟਰੈਕਟ ਫਸਲਾਂ ਦੀ ਗੱਲ ਕਰਦੇ ਆ, ਸਾਡੀ ਫਸਲਾਂ ਦੇ ਮੁੱਲ ਫਿਰ ਕਿਵੇਂ ਮਿਲਣਗੇ, ਕਿਵੇਂ ਉਹ ਕਾਰਪੋਰੇਟ ਘਰਾਣੇ ਆ ਜਾਣਗੇ। ਤਾਂ ਇਹ ਰਾਜ ਬਦਲ ਕੇ ਵੀ ਅਸੀਂ ਕੀ ਕਰਾਂਗੇ ਜਦੋਂ ਲਾਅ ਹੀ ਲੱਗ ਚੁੱਕੇ ਨੇ, ਜ਼ਮੀਨਾਂ ਹੀ ਗਵਾਚ ਗਈਆਂ। ਉਸ ਤੋਂ ਬਾਅਦ ਆਪਣੀ ਆਰਥਿਕਤਾ ਕਿਵੇਂ ਪੱਕੀ ਕਰਾਂਗੇ? ਆਰਥਿਕਤਾ ਸਾਡੀ ਜੱਦੀ ਪੁਸ਼ਤੀ ਆ, ਜ਼ਮੀਨਾਂ ਸਾਡੀਆਂ ਜੱਦੀ ਪੁਸ਼ਤੀਆਂ ਨੇ। ਤੇ ਇਹ ਜਿਹੜੀ ਸਰਕਾਰਾਂ ਨੇ ਤਾਂ 5 ਸਾਲ ਬਾਅਦ ਵੀ ਟਾਈਮ ਮਿਲ ਜੂਗਾ, ਪਰ ਆਹ ਲੜਾਈ ਜੇ ਹਾਰ ਗਏ ਤਾਂ ਸਾਨੂੰ ਆਉਣ ਵਾਲੀ ਪੁਸ਼ਤਾਂ ਸਾਨੂੰ ਕਹਿਣਗੇ ਤੁਸੀਂ ਲੜਾਈ ਡਿਵਰਟ ਕਰ ਲਈ ਆ। ਪਰ 5 ਸਾਲਾਂ ਦੇ ਵਿੱਚ ਵੀ ਤਾਂ ਬੜਾ ਕੁਝ ਘਾਣ ਹੋ ਜਾਂਦਾ। 5 ਕਰਕੇ ਕਿੰਨੇ ਆਪਾਂ ਕਹਿ ਸਕਦੇ ਹਾਂ ਕਿ ਦਹਾਕੇ ਬੀਤ ਗਏ ਆ। ਉਹਦੇ ਵਿੱਚ ਪੰਜਾਬ ਦਾ ਬਹੁਤ ਸਾਰਾ ਘਾਣ ਹੋ ਗਿਆ। ਜੇਕਰ ਉਦੋਂ ਹੀ ਕੋਈ ਪਾਰਟੀ ਅੱਗੇ ਆ ਜਾਂਦੀ, ਕੋਈ ਚੰਗੇ ਚਿਹਰੇ ਅੱਗੇ ਆ ਜਾਂਦੇ, ਤਾਂ ਅੱਜ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬਣਨੇ ਨਹੀਂ ਸੀ। ਸਿਆਸਤਦਾਨਾਂ ਨੂੰ ਇਹ ਡਰ ਹੁੰਦਾ ਕਿ ਜੇਕਰ ਅਸੀਂ ਇਸ ਤਰ੍ਹਾਂ ਦੇ ਕਾਨੂੰਨ ਬਣਾਵਾਂਗੇ, ਇਸ ਤਰ੍ਹਾਂ ਦੇ ਹਾਲਾਤ ਬਣਾਵਾਂਗੇ ਤਾਂ ਲੋਕ ਜਿਹੜਾ ਉਹ ਸਾਡਾ ਤਖਤਾ ਪਲਟ ਸਕਦੇ ਆ। ਦੇਖੋ, ਲੋਕਾਂ ਨੂੰ ਜਾਗਰੂਕ ਹੋਣ ਦਾ ਚਾਹੀਦਾ। ਲੋਕ ਜਦੋਂ ਆਪਾਂ ਡਰੈਗਨ ਟਾਕਸ ਵੀ ਕਰਦੇ ਆ, ਕਿਤੇ ਸੱਥਾਂ ਦੇ ਵਿੱਚ ਵੀ ਬੈਠਦੇ ਆ, ਤਾਂ ਆਪਾਂ ਇਸ ਗੱਲੋਂ ਤਾਂ ਪਛਤਾਉਣੇ ਜ਼ਰੂਰ ਆ ਵੀ ਇਹ ਰਾਜ ਸਾਡਾ ਦਿੱਤਾ ਹੋਇਆ। ਵੋਟਾਂ ਅਸੀਂ ਪਾਈਆਂ ਹੋਈਆਂ ਨੇ, ਤਾਂ ਹੀ ਸਾਨੂੰ ਮਾੜਾ ਰਾਜ ਦਿੱਤਾ। ਜੇ ਦਾਰੂ ਪੀ ਕੇ ਦਿੱਤੀਆਂ ਗਈਆਂ ਨੇ ਤੇ ਅੱਜ ਉਹਦਾ ਸਾਨੂੰ ਭੁਗਤਣਾ ਪੈ ਰਿਹਾ। ਜੇ ਸਾਨੂੰ ਕਾਸਟ ਕਲਰ ਆਪਣਾ ਧਰਮ ਦੇ ਉੱਤੇ ਵੋਟਾਂ ਦਿੱਤੀਆਂ ਗਈਆਂ ਤਾਂ ਅੱਜ ਸਾਨੂੰ ਪਛਤਾਉਣਾ ਪੈ ਰਿਹਾ। ਅੱਜ ਸਾਰੇ ਧਰਮ ਵਾਲੇ ਇਕੱਠੇ ਬੈਠੇ ਆ, ਪਰ ਪਛਤਾਉਣਾ ਆਮ ਨਾਗਰਿਕ ਨੂੰ, ਆਮ ਜਿਹੜਾ ਮਿਡਲ ਕਲਾਸ ਆ ਜਾਂ ਲੋਅਰ ਕਲਾਸ ਆ, ਉਹਨੂੰ ਪਛਤਾਉਣਾ ਪੈ ਰਿਹਾ। ਤਾਂ ਸਿਸਟਮ ਤਾਂ ਚੇਂਜ ਹੋਣਾ ਚਾਹੀਦਾ, ਪਰ ਉਹ ਡਿਸਕਸ਼ਨ ਦਾ ਮੈਟਰ ਆਪਾਂ ਅੱਜ ਨਹੀਂ ਹੈ। ਬੱਚਾ 9 ਮਹੀਨੇ ਬਾਅਦ ਜੰਮਦਾ, 7 ਮਹੀਨੇ ਬਾਅਦ ਨਹੀਂ ਜੰਮਦਾ। ਜਦੋਂ ਜਿਹੜੀ ਚੀਜ਼ ਦੀ ਲੋੜ ਹੋਊਗੀ ਉਹ ਉਸ ਵਕਤ ਉਹ ਚੀਜ਼ ਸੋਚੀ ਜਾ ਸਕਦੀ ਹੈ। ਹਾਲੇ ਮੈਂ ਸਮਝਦਾ ਵੀ ਹਾਲੇ ਇਹ ਚੀਜ਼ ਦੀ ਲੋੜ ਨਹੀਂ, ਇਹਨੂੰ ਡਿਵੈਲਪਮੈਂਟ ਹੋਰ ਹੋਣੀ ਚਾਹੀਦੀ ਆ। ਜਦ ਤੱਕ 3 ਲਾਅ ਦੀ ਲੜਾਈ ਜਥੇਬੰਦੀਆਂ ਲੈ ਕੇ ਲੋਕਾਂ ਸਾਹਮਣੇ ਪੇਸ਼ ਨਹੀਂ ਕਰਦੀ ਵੀ ਆਪਣੀ ਲੜਾਈ ਕੋਈ ਜਿੱਤਦਾ, ਜਿੱਤ ਦੇ ਨਿਸ਼ਾਨ ਤਾਂ ਲਾਉਣੇ ਪੈਂਦੇ ਆ। ਗੁਰੂ ਸਾਹਿਬ ਨੇ ਵੀ ਲਾਏ ਸੀ, ਸਾਨੂੰ ਵੀ ਲਾਉਣੇ ਪੈਣਗੇ। ਉਸ ਤੋਂ ਬਾਅਦ ਕੋਈ ਅਗਲੀ ਗੱਲ ਕੀਤੀ ਜਾ ਸਕਦੀ ਹੈ। ਇੱਕ ਫੇਸ ਹੁੰਦਾ, ਇੱਕ ਫੇਸ ਤੋਂ ਪਹਿਲਾਂ ਡਿਸਕਸ ਕਰਨਾ ਵੀ ਕੋਈ ਜ਼ਰੂਰੀ ਨਹੀਂ ਹੁੰਦਾ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜੀ ਭਾਜਪਾ ਆ ਜਾਂ ਉਹਦੀ ਭਾਈਵਾਲ ਜਥੇਬੰਦੀਆਂ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਏ, ਪਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਉਹਨਾਂ ਦਾ ਵਿਰੋਧ ਜਿਹੜਾ ਉਹ ਨਾ ਕੀਤਾ ਜਾਏ। ਪਰ ਜੋ ਕੁਝ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਿਹਾ ਹੈ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾ ਦਿੱਤੇ ਗਏ, ਲੋਕਾਂ ਦਾ ਉੱਥੇ ਵੀ ਹਜੂਮ ਨਜ਼ਰ ਆਇਆ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਆ, ਉਧਰ ਆਮ ਆਦਮੀ ਪਾਰਟੀ ਦਾ ਵੀ ਸਮਰਥਨ ਕਰ ਰਹੇ ਆ। ਤਾਂ ਲੱਗਦਾ ਨਹੀਂ ਤੁਹਾਨੂੰ ਕਿ ਮੋਰਚੇ ਦੇ ਨਾਲੋਂ ਕੁਝ ਲੋਕ ਜਿਹੜੇ ਆ ਟੁੱਟ ਕੇ ਉਸ ਪਾਸੇ ਵੱਲ, ਹੁਣ ਸਿਆਸਤ ਵੱਲ ਫਿਰ ਉਹਨਾਂ ਦਾ ਰੁਝਾਨ ਹੋਣ ਲੱਗ ਪਿਆ? ਨਹੀਂ, ਆਪਾਂ ਇੱਕ ਤੁਹਾਡੇ ਮੀਡੀਆ ਦਾ ਬਣਾਇਆ ਸਕੋਪ ਹੁੰਦਾ। ਵੈਸੇ ਤਾਂ ਪੰਜਾਬੀ ਮੀਡੀਆ ਨੇ ਬਹੁਤ ਸਾਥ ਦਿੱਤਾ। ਤੁਸੀਂ ਵੀ ਕਵਰ ਕਰਨਾ ਹੁੰਦਾ, ਜਿੱਥੇ ਵੀ ਕੋਈ ਇੰਪੋਰਟੈਂਟ ਕੋਈ ਘਟਨਾ ਵਰਤਦੀ ਅਸੀਂ ਕਰਦੇ ਹਾਂ। ਆਬਾਦੀ ਬਥੇਰੀ ਹੈ। ਇੱਕ 2000 ਬੰਦਾ ਦਿਖਾ ਕੇ ਜਾਂ 1000 ਬੰਦਾ ਦਿਖਾ ਕੇ ਆਪਾਂ ਇਹ ਨਹੀਂ ਕਹਿ ਸਕਦੇ ਮੋਰਚਾ ਹੋ ਜਾਊਗਾ। ਮੋਰਚਾ 'ਚ ਲੱਖਾਂ ਬੰਦੇ ਇਨਵੋਲਵ ਨੇ। ਲੱਖਾਂ ਬੰਦੇ ਇਹਦੀ ਕਾਲ ਨੂੰ ਉਡੀਕ ਰਹੇ ਨੇ। ਜਿਹੜੇ ਆਪਣੇ ਕੰਮਾਂ ਖੇਤਾਂ 'ਚ ਲੱਗੇ ਹੋਏ ਨੇ, ਕਣਕ ਝੋਨਾ ਪਾਲ ਰਹੇ ਨੇ, ਪਾਣੀ ਲਾ ਰਹੇ ਆ, ਸਪਰੇਅ ਕਰ ਰਹੇ ਨੇ, ਉਹ ਇਹਨਾਂ ਦੀ ਕਾਲ ਨੂੰ ਉਡੀਕਦੇ ਆ। ਇਹਦੀ ਕਾਲ ਤੇ ਫੁੱਲ ਚੜਾਉਂਦੇ ਨੇ। ਕਾਲੇ ਝੰਡੇ ਲਾਉਣ ਦੀ ਗੱਲ ਆਈ ਤਾਂ ਕਾਲ ਪੂਰੀ ਹੋਈ। ਤੇ ਜੇ 26 ਤਰੀਕ ਨੂੰ ਆਪਾਂ ਰਾਜਪਾਲ ਕੋਲ ਜਾਣਾ ਸੀ ਮੰਗ ਪੱਤਰ ਦੇਣ, ਉੱਥੇ ਵੱਡੀ ਗਿਣਤੀ 'ਚ ਉਸ ਵਕਤ ਗਿਆ ਜਦੋਂ ਲਾਈਟ ਨਹੀਂ ਆ ਰਹੀ ਸੀ ਤੇ ਪੂਰੀ ਝੋਨੇ ਸੁੱਕੇ ਪਏ ਸੀ, ਤਾਂ ਵੀ ਉਹ ਕੰਮ ਛੱਡ ਕੇ ਇੱਕ ਦਿਨ ਆਪਣਾ ਕਾਲ ਨੂੰ ਪੂਰੇ ਸਿਰੇ ਚਾੜਨ ਹੋਈ। 35 ਤੋਂ 40,000 ਬੰਦੇ ਗਏ, ਜਿੱਥੇ ਅਸੀਂ 5,000 ਬੰਦੇ ਦੀ ਅਰੇਂਜਮੈਂਟ ਕੀਤੀ ਸੀ। ਤੇ ਉਹ ਇੱਕ ਗੁੱਸਾ ਉਹ ਲਾਅ ਪ੍ਰਤੀ, ਇਸ ਮੋਰਚੇ ਪ੍ਰਤੀ, ਜਿਹੜੀ ਉਹਨੇ ਚੜ੍ਹਦੀ ਕਲਾ ਤੇ ਜਿਹੜਾ ਉਹਨਾਂ ਦਾ ਜੋਸ਼ ਆ, ਉਹ ਇਹ ਮੋਰਚਾ ਸਾਡੇ ਘਰਾਂ ਦੇ ਚੁੱਲ੍ਹੇ ਤੱਕ ਜਾ ਪਹੁੰਚਿਆ। ਇਸ ਕਰਕੇ ਸਾਨੂੰ ਇਹ ਹੁਣ ਨਿਊਮੈਰੀਕਲਸ ਦਿਖਾ ਕੇ ਸਾਨੂੰ ਲੋੜ ਨਹੀਂ ਹੈ ਇਹਦੀ ਦੇਖਣ ਦੀ। ਇਹ ਹਰੇਕ ਦੇ ਦਿਲ ਦੇ ਵਿੱਚ ਵਸਿਆ ਹੋਇਆ। ਜਿਹੜਾ ਵੀ ਕੰਮ ਦੀ ਕਾਲ ਹੁੰਦੀ ਹੈ, ਪਹਿਲਾਂ ਮੋਰਚੇ ਬਾਰੇ ਪੁੱਛਦਾ ਵੀ ਮੋਰਚਾ ਠੀਕ ਠਾਕ ਆ, ਬੰਦੇ ਠੀਕ ਆ, ਕੀ ਬਣ ਰਿਹਾ। ਬੇਸ਼ੱਕ ਕੋਈ ਇੱਕ ਦਿਨ 'ਚ ਕੋਈ ਚੇਂਜਸ ਨਹੀਂ ਆਉਣੀਆਂ ਹੁੰਦੀਆਂ, ਪਰ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਅਗਲਾ। ਤਾਂ ਉਹ ਜਿਹੜੇ ਪੋਲੀਟੀਕਲ ਬੰਦੇ ਨੇ, ਦੇਖੋ ਉਹਨਾਂ ਨੇ ਆਪਣੀ ਵੋਟਿੰਗ ਲੈਣੀਆਂ ਨੇ, ਉਹਨਾਂ ਦੀ ਆਪਣੀ ਡੈਮੋਕ੍ਰੈਟਿਕ ਤਰੀਕਾ ਵਾ। ਮੈਂ ਸਮਝਦਾ ਵੀ ਇਹ ਮੋਰਚੇ ਦੀ ਦੇਣ ਆ ਜਿਹੜੇ ਪਹਿਲੇ ਤੁਰ ਪਏ। ਨਹੀਂ ਤਾਂ 3-4 ਮਹੀਨੇ ਪਹਿਲਾਂ
ਇਲੈਕਸ਼ਨ ਤੱਕ ਮੋਟੋ ਚੱਲਦਾ ਹੁੰਦਾ। ਇਹ ਤੇ 8-9 ਮਹੀਨੇ ਪਹਿਲਾਂ ਹੀ ਅੱਡੀਆਂ ਚੱਕੀ ਫਿਰਦੇ ਆ ਵੀ, ਕਿਉਂਕਿ ਮੋਰਚੇ ਦਾ ਡਰਾਇਆ ਇਹੋ ਜਿਹਾ ਹੋਇਆ ਵੀ ਮੋਰਚਾ ਨਾ ਕੋਈ ਐਲਾਨ ਕਰਦੇ, ਮੋਰਚਾ ਕੁਛ ਇਹੋ ਜਿਹੀ ਡਿਵੈਲਪਮੈਂਟ ਨਾ ਕਰਦੇ ਜਿਹੜੀ ਪੋਲਿਟਿਕਸ ਚੇਂਜ ਹੋ ਜਾਵੇ। ਹਰੇਕ ਨੂੰ ਆਪਦੀ ਜ਼ਮੀਨ ਖਿਸਕਦੀ ਦਿਖੀ ਹੈ ਇੱਥੇ, ਹਰ ਵਰਗ ਦਾ, ਹਰ ਪਾਰਟੀ ਦਾ ਬੰਦਾ ਇੱਥੇ ਆ ਕੇ ਤੇ ਸਾਥ ਦਿੰਦਾ ਰਿਹਾ, ਕਿਉਂਕਿ ਇਹ ਉਹਨਾਂ ਨੇ ਆਪਣੀ ਲੜਾਈ ਸਮਝੀ ਹੈ। ਹਰਮੀਤ ਕਾਦੀਆਂ ਨੂੰ ਕੀ ਲੱਗਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੜਾ ਅਜਿਹਾ ਚਿਹਰਾ ਹੈ ਜਿਹੜਾ ਲੱਗਦਾ ਕਿ ਪੰਜਾਬ ਦਾ ਜਿਹੜਾ ਉਹ ਕੋਈ ਸਵਾਰ ਸਕਦਾ ਜੋ ਹੁਣ ਤੱਕ ਨਹੀਂ ਸਵਾਰ ਸਕਿਆ? ਕੋਈ ਚਿਹਰਾ ਤਾਂ ਮੈਨੂੰ ਲੱਗਦਾ ਹਾਲੇ ਬਣਨਾ ਪਊਗਾ ਕਿਸੇ ਨੂੰ, ਹਾਲੇ ਤੱਕ ਕੋਈ ਖਾਸ ਚਿਹਰਾ ਨਹੀਂ, ਕਿਉਂਕਿ ਰਾਜਨੀਤੀ ਪੁਰਾਣੀ ਪਾਰਟੀਆਂ ਨੇ ਕੀਤੀ ਹੈ ਤੇ ਪੁਰਾਣੇ ਹੀ ਵਰਗ ਨੇ। ਥੋਕ ਟੱਬਰਾਂ ਨੂੰ ਆਪਾਂ ਮੂਹਰੇ ਕਹਿ ਦਿੰਦੇ, ਉਹੀ ਸੀਐਮ ਰਹੇ ਆ। ਪਿਛਲੇ 20 ਸਾਲ ਦਾ ਰਿਕਾਰਡ ਦੇਖਦੇ ਹੋ, 25 ਸਾਲ ਦਾ, ਤੇ ਉਹੀ ਟੱਬਰਾਂ ਕੋਲ ਰਾਜ ਆ। ਤਾਂ ਆਪਾਂ ਚਿਹਰਾ ਨਾ ਉੱਭਰਨ ਦਿੱਤਾ, ਨਾ ਆਇਆ, ਤੇ ਕੋਈ ਨਵਾਂ ਚਿਹਰਾ ਆਵੇ ਉਹ ਟੈਸਟ ਕਰੇ। ਇੰਨੀ ਤਾਂ ਕਪੈਸਿਟੀ ਹੁਣ ਪੰਜਾਬ ਦੀ ਇਕੋਨੋਮੀ ਵਿੱਚ ਨਹੀਂ ਰਹੀ ਹੈਗੀ। ਜਿਹੜਾ ਵੀ ਹੋਵੇ ਮੈਂ ਕਹਿੰਦਾ ਵਾਹਿਗੁਰੂ ਭਲਾ ਕਰੇ, ਵੀ ਸਮੱਤ ਬਖਸ਼ੇ ਉਹਨੂੰ, ਜਿਹੜੇ ਕੋਲ ਰਾਜ ਆਵੇ ਉਹ ਵਧੀਆ ਰਾਜ ਇੱਕ ਪੇਸ਼ ਕਰਕੇ ਦੇਵੇ, ਕਿਉਂਕਿ ਬੜੀ ਦੇਰ ਦਾ ਅਸੀਂ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਸਲਾਹੁੰਦੇ ਰਹਿੰਦੇ ਆ, ਪਰ ਕਦੀ ਐ ਨਹੀਂ ਲੱਗ ਰਿਹਾ ਵੀ ਉਹ ਆਊਗਾ ਵੀ ਦੁਬਾਰਾ ਕਿਤੇ। ਜੇ ਤੁਸੀਂ ਪੋਲੀਟੀਕਲ ਪਾਰਟੀ ਜਿਹੜੇ ਬੰਦਾ ਬਣਾਉਂਦਾ, ਜਿਹੜਾ ਮੂਹਰੇ ਆਉਂਦਾ, ਵੀ ਉਹ ਘੱਟੋ ਘੱਟ ਉਹ ਇਸ ਪੰਜਾਬ ਦੇ ਪਾਣੀ ਦੀ, ਇਹਦੀ ਆਬੋ ਹਵਾ ਦੀ, ਜ਼ਹਿਰੀ ਹੁੰਦੇ ਦੀ, ਡਾਇਵਰਸੀਫਿਕੇਸ਼ਨ ਦੀ, ਫਾਰਮਿੰਗ ਦੀ, ਲੇਬਰ ਦੀ, ਇੰਡਸਟਰੀ ਨੂੰ ਇੱਥੇ ਆਊਟਪੁੱਟ ਦੇਣ ਦੀ, ਕਿਉਂਕਿ ਵਧੀਆ ਪ੍ਰਫੁੱਲਤ ਜ਼ਮੀਨ ਹੈ ਇੱਥੇ, ਇੰਡਸਟਰੀ ਲੱਗ ਸਕਦੀ ਹੈ। ਹਾਲੇ ਤੱਕ ਕਾਰਗੋ ਇੱਥੇ ਏਅਰਪੋਰਟ ਨਹੀਂ ਬਣਿਆ। ਕਈ ਮਸਲੇ ਦੇ ਆਪਾਂ ਚੰਡੀਗੜ੍ਹ ਦੇ ਤੇ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਤੇ ਲੱਗੇ ਹੋਏ ਆ, ਜਿੱਥੇ ਕਿ ਸਾਡਾ ਬੱਚਾ ਕਿੰਨਾ ਯੂਥ ਬਾਹਰ ਜਾ ਰਿਹਾ। ਯੂਥ ਦੇ ਨਾਲ ਨਾਲ ਸਾਡੇ ਕਿੰਨੇ ਜ਼ਿਆਦਾ ਸਾਡਾ ਜਿਹੜਾ ਅਮਾਨਤ ਆ, ਸਾਡੇ ਪੈਸੇ ਨੇ 20-20 ਲੱਖ ਇੱਕ ਬੱਚੇ ਦੇ ਇੱਕ ਪੇਰੈਂਟਸ ਲਾ ਰਿਹਾ, ਤੇ ਉਸ ਤੋਂ ਬਾਅਦ ਵੀ ਲਾ ਰਿਹਾ, ਤੇ ਕਿੰਨੇ ਇੱਥੋਂ ਮਨੀ ਜਾ ਰਿਹਾ। ਸਗੋਂ ਆਪਾਂ ਨੂੰ ਡਾਲਰ ਬਾਹਰੋਂ ਆਉਣੇ ਚਾਹੀਦੇ ਸੀਗੇ, ਕਿ ਉਲਟ ਜਾਣ ਲੱਗੇ ਪੰਜਾਬ 'ਚ। ਤਾਂ ਉਹ ਇੱਕ ਨੀਚੇ ਵਾਲੇ ਪਾਸੇ 8th-9th ਦਾ ਬੱਚਾ ਇਹ ਸੋਚਦਾ ਮੈਂ ਜੇ 10th ਹੁੰਦੀ, +2 ਹੁੰਦੀ, ਮੈਂ ਆਈਲੈਟ ਕਰਾਂ, ਬਾਹਰ ਜਾਵਾਂ। ਜਿਹੜੀ ਉਹ ਸੋਚਣੀ ਆ ਉਹ ਚੇਂਜ ਕਰਨ ਨੂੰ ਸਮਾਂ ਲੱਗੂ। ਕਿ ਸਿਆਸਤ ਵਧੀਆ ਹੋਵੇ, ਸਿਆਸਤ ਕਰਨ ਨੂੰ ਨਾ ਹੋਵੇ, ਭਲਾਈ ਸੇਵਾ ਕਰਨ ਨੂੰ ਹੋਵੇ। ਜਿਹੜੇ ਅੱਗੇ ਕਿਹਾ ਗਿਆ ਸੀ ਸੇਵਾ ਕਰਦੇ ਆ, ਉਹ ਸੇਵਾ ਬੜੀ ਮਹਿੰਗੀ ਪਈ ਸਾਨੂੰ। ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਮੈਂ ਪੰਜਾਬ ਦਾ ਹੁਣ ਇੱਕ ਮਾਡਲ ਬਣਾ ਕੇ ਵਿਖਾਵਾਂਗਾ ਤੁਹਾਨੂੰ। ਇਮਾਨਦਾਰੀ ਤਾਂ ਆਪਾਂ ਨੂੰ ਪਤਾ ਹੀ ਹੈ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਇਮਾਨਦਾਰੀ ਨੂੰ ਲੈ ਕੇ ਨਹੀਂ ਕੀਤਾ ਜਾਂਦਾ। ਬੁਲਾਰੇ ਵੀ ਚੰਗੇ ਆ, ਤਾਂ ਲੱਗਦਾ ਪੰਜਾਬ ਦੀ ਦਿੱਖ ਜਿਹੜੀ ਆ ਉਹ ਸਵਾਰ ਸਕਦੇ ਆ। ਪ੍ਰਧਾਨਗੀ ਕਾਂਗਰਸ ਦੀ ਮਿਲ ਗਈ ਹੈ ਉਹਨਾਂ ਨੂੰ, ਔਰ ਉਹ ਇਹ ਵੀ ਕਹਿੰਦੇ ਆ ਕਿ ਬੇਅਦਬੀ ਦਾ ਇਨਸਾਫ ਵੀ ਮੈਂ ਦਿਵਾਵਾਂਗਾ, ਮੈਂ ਨਸ਼ਿਆਂ ਦਾ ਜਿਹੜਾ ਮੁੱਦਾ ਉਹਦਾ ਵੀ ਹੱਲ ਕਰਾਵਾਂਗਾ, ਮੈਂ ਬੇਰੁਜ਼ਗਾਰੀ ਜਿਹੜੀ ਹੈ ਉਹਨੂੰ ਵੀ ਦੂਰ ਕਰਾਂਗਾ, ਹੋਰ ਵੀ ਕਈ ਮਸਲੇ ਨੇ ਪੰਜਾਬ ਦੇ, ਉਹ ਮੈਂ ਜਿਹੜਾ ਮੇਰੇ ਕੋਲ ਮਾਡਲ ਆ ਉਹਦੇ ਨਾਲ ਸਾਰੇ ਹੱਲ ਕਰ ਦੇਣੇ। ਦੇਖੋ ਪੋਲੀਟੀਕਲੀ ਇਹ ਮਾਡਲ ਹੁੰਦੇ ਆ, ਨਾ ਤਾਂ ਇਹ ਲੀਗਲ ਵਰਡਸ ਨੇ, ਇਹ ਵੋਟਾਂ ਨੂੰ ਪ੍ਰਫੁੱਲਤ ਕਰਨੇ ਹੁੰਦੇ ਨੇ। ਦੇਖੋ ਵਰਡਸ ਚੰਗੇ ਨੇ ਜਿਹੜੇ ਤੁਸੀਂ ਬੋਲੇ ਆ, ਸਾਰਾ ਠੀਕ ਹੈ, ਪਰ ਇਹਦਾ ਅਸੀਂ ਇੱਕ ਨਿੱਕਾ ਜਿਹਾ ਭਾਰਤੀ ਖਜ਼ਾਨਾ ਕਾਦੀਆਂ ਵੱਲੋਂ ਰੱਖਿਆ ਸੀ ਚੋਣ ਕਮਿਸ਼ਨ ਨੂੰ। ਪਿਛਲੀ ਵਾਰੀ ਉਹ ਕਹਿੰਦੇ ਤੁਸੀਂ ਲੇਟ ਹੋ ਗਏ, ਅਸੀਂ ਹੁਣ ਵੀ ਰੱਖਿਆ ਹੋਇਆ। ਉਹਨਾਂ ਕੋਲ ਕੇਸ ਗਿਆ, ਪਰ ਉਹ ਕਹਿੰਦੇ ਪਾਰਲੀਮੈਂਟ ਡਿਸਾਈਡ ਕਰ ਸਕਦੀ ਆ, ਸੁਪਰੀਮ ਕੋਰਟ ਡਿਸਾਈਡ ਕਰ ਸਕਦੀ ਹੈ। ਤਾਂ ਅਸੀਂ ਕਿਹਾ ਸੀ ਜਿਹੜਾ ਮੈਨੀਫੈਸਟੋ ਬਣਾਉਣਾ ਉਹ ਲੀਗਲਾਈਜ਼ਡ ਹੋਣਾ ਚਾਹੀਦਾ। ਘੱਟੋ ਘੱਟ ਜਿਹੜੀ ਗੱਲ ਉਹ 'ਚ ਲਿਖੀ ਹੋਵੇ, ਉਹ ਲਿਖਿਆ ਹੋਵੇ ਵੀ 100 ਦਿਨਾਂ ਬਾਅਦ ਆਹ ਹੋ ਜਾਊਗਾ, ਇਹਦਾ 200 ਦਿਨਾਂ ਬਾਅਦ ਹੋ ਜਾਊਗਾ, ਇਹਦਾ 1000 ਦਿਨ ਬਾਅਦ ਹੋ ਸਕਦਾ, ਇਹਦਾ 600 ਦਿਨਾਂ ਬਾਅਦ। ਜਿਹੜਾ ਵਾਅਦਾ ਲਿਖਦੇ ਹੋ ਉਹਨੂੰ ਕੈਲਕੂਲੇਟ ਵੇ ਨਾਲ ਇੱਕ ਜਵਾਬਦੇਹ ਹੋਵੋ ਤੁਸੀਂ ਵੋਟਰ ਨੂੰ, ਵੀ ਜੇ ਲਿਖਿਆ ਸੀ ਕੀਤਾ ਤੇ ਪੂਰਾ ਕੀਤਾ। ਕਿਉਂਕਿ ਪਿਛਲਾ ਜਿਹੜਾ ਰਿਕਾਰਡ ਆ, ਦੇਖੋ ਸਿੱਧੂ ਪ੍ਰਧਾਨ ਬਦਲ ਕੇ ਜਾਂ ਕੋਈ ਹੋਰ ਪ੍ਰਧਾਨ ਬਣ ਗਿਆ, ਮੈਨੀਫੈਸਟੋ ਕਾਂਗਰਸ ਦਾ ਹੋਊਗਾ, ਪੋਲੀਟੀਕਲ ਪਾਰਟੀ ਦਾ ਦੇਖ ਕੇ ਕਿਹਨੇ ਵੋਟ ਪਾਉਣੀ, ਉਹਨੇ ਬੰਦੇ ਖੜੇ ਕਰਨੇ ਆ। ਕੀ ਉਹ ਕਾਂਗਰਸ ਪਿਛਲੀ ਵਾਰੀ ਵਾਅਦਿਆਂ ਤੇ ਖੜੀ ਜਿਹੜੀ ਮੈਨੀਫੈਸਟੋ ਲਿਖਿਆ, ਜਾਂ ਕੋਈ ਹੋਰ ਪਾਰਟੀ ਜਿਹੜੀ ਰਾਜ ਕਰਦੀ ਖੜਦੀ ਆ, ਉਹ ਬੜਾ ਇੰਪੋਰਟੈਂਟ ਚੀਜ਼ ਆ। ਜਦ ਤੱਕ ਮੈਨੀਫੈਸਟੋ ਲੀਗਲ ਨਹੀਂ ਹੁੰਦਾ, ਜਦ ਤੱਕ ਅਸੀਂ ਇਹਨਾਂ ਦੇ ਵਰਡਸ ਤੇ ਹੁਣ ਵਿਸ਼ਵਾਸ ਨਹੀਂ ਕਰ ਸਕਦੇ। ਜੋ ਮੋਰਚੇ ਦੇ ਨਾਲ ਅੱਜ ਲੜਾਈ ਲੜ ਰਹੇ ਅੰਦੋਲਨ ਦੇ ਵਿੱਚ ਜਿੰਨੇ ਲੋਕ ਆ ਰਹੇ ਆ, ਕਿੰਨਾ ਲੱਗਦਾ ਕਿੰਨੀ ਗਿਣਤੀ ਹੋਊਗੀ ਉਹਨਾਂ ਦੀ? ਇੱਥੇ ਗਿਣਤੀ ਆਉਣ ਜਾਣ ਬਹੁਤ ਹੈ ਜੀ। ਜਿਹੜੇ ਬੰਦੇ ਸਾਡੇ ਜਦੋਂ ਵੀ ਟਾਈਮ ਮਿਲਦਾ ਆ ਜਾਂਦੇ ਨੇ। ਜਦੋਂ ਫਸਲਾਂ ਵੱਢਣੀਆਂ ਹੁੰਦੀਆਂ, ਲਾਉਣੀ ਹੁੰਦੀ, ਉਦੋਂ ਕਾਫੀ ਗਿਣਤੀ ਘੱਟ ਜਾਂਦੀ। ਉਸ ਤੋਂ ਬਾਅਦ ਪੂਰੀ ਗਿਣਤੀ ਪ੍ਰਿਪੇਅਰਡ ਆ। ਪੱਕੇ ਘਰ ਬਣ ਕੇ, ਝੁੱਗੀਆਂ ਤੁਸੀਂ ਕਵਰ ਕਰਕੇ ਲੋਕਾਂ ਨੂੰ ਦਿਖਾ ਸਕਦੇ ਹੋ। ਮੈਡੀਕਲ ਇੱਥੇ ਕੈਂਪ ਲੱਗੇ ਹੋਏ ਨੇ, ਪੱਕੇ ਲੱਗੇ ਆ। ਲੰਗਰ ਜਿਹੜੇ ਚੱਲਦੇ ਉਹ ਪੱਕੇ ਚੱਲ ਰਹੇ ਨੇ। ਤਾਂ ਚੜ੍ਹਦੀ ਕਲਾ ਚ ਅੰਦੋਲਨ। ਪੰਜਾਬ ਦੇ ਜਿਹੜੇ ਲੋਕ ਆ, ਕਿਸਾਨ ਜਿਹੜੇ ਇੱਥੇ ਨਾਲ ਅੰਦੋਲਨ ਦੇ ਜੁੜਦੇ ਆ, ਮੋਰਚਾ ਕੀ ਅੰਦਰ ਖਾਤੇ ਉਹਨਾਂ ਦੇ ਲਈ ਕੋਈ ਐਲਾਨ ਕਰੂਗਾ ਕਿ ਆਹ ਵਾਲੀ ਪਾਰਟੀ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ, ਆਹ ਵਾਲੀ ਦੇ ਨਾਲ ਨਹੀਂ? ਕਿਉਂਕਿ ਪੰਜਾਬ ਵੀ ਤਾਂ ਆਟੋਮੈਟਿਕਲੀ ਜਾ ਕੇ ਕੱਲ ਨੂੰ ਲੜਾਈ ਤਾਂ ਪੰਜਾਬ ਦੀ ਵੀ ਲੜਨੀ ਪੈਣੀ ਨਾ। ਮੁੱਦੇ ਤਾਂ ਪੰਜਾਬ ਦੇ ਵਿੱਚ ਵੀ ਹਾਵੀ ਹੈ, ਚਾਹੇ ਉਹ ਪਟਵਾਰੀਆਂ ਦੇ ਵੱਲੋਂ ਰਿਸ਼ਵਤ ਹੋਵੇ, ਚਾਹੇ ਉਹ ਤਹਿਸੀਲਦਾਰਾਂ ਦੇ ਵੱਲੋਂ ਰਿਸ਼ਵਤ ਹੋਵੇ, ਚਾਹੇ ਉਹ ਬਾਕੀ ਜਿਹੜੇ ਆਪਣੇ ਸਰਕਾਰੀ ਵਿਭਾਗ ਨੇ ਉਹਨਾਂ ਦੇ ਵਿੱਚ ਕਿਤੇ ਵੀ ਚੱਲ ਜਾਓ, ਪੈਸੇ ਤਾਂ ਮੰਗੇ ਹੀ ਜਾਂਦੇ ਆ। ਔਰ ਕਰਜ਼ ਮੁਆਫੀ ਦੀ ਗੱਲ ਹੈ, ਉਹ ਵੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ। ਬਿਜਲੀ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਨਹੀਂ ਆਉਂਦੀ ਗੀ, ਖਾਦਾਂ ਸਪਰੇਹਾਂ ਕਈ ਵਾਰ ਨਕਲੀ ਆ ਜਾਂਦੀਆਂ। ਇਹ ਵੀ ਤਾਂ ਪੰਜਾਬ ਦੇ ਮੁੱਦੇ ਹੈ ਨਾ, ਇਹ ਵੀ ਤਾਂ ਕਿਸਾਨੀ ਦੇ ਨਾਲ ਨਾਲ ਚਲਾਉਣੇ ਪੈਣਗੇ। ਪੋਲੀਟੀਕਲ ਸਾਇੰਸ ਦਾ ਸਬਜੈਕਟ ਆ ਪ੍ਰੈਸ਼ਰ ਗਰੁੱਪ। ਜੇ ਪ੍ਰੈਸ਼ਰ ਗਰੁੱਪ ਆਪਣਾ ਫਰਜ਼ ਨਿਭਾ ਰਿਹਾ, ਅਸੀਂ ਇੱਥੇ ਬੈਠੇ ਹਾਂ। ਜਿਹੜੀਆਂ ਤੁਸੀਂ ਮਸਲੇ ਉਠਾਏ ਆ ਸਾਰੇ ਪ੍ਰੈਸ਼ਰ ਗਰੁੱਪ, ਜਦੋਂ ਵੀ ਸਾਡੇ ਨਾਲ ਕਿਤੇ ਕਿਸਾਨ ਨਾਲ, ਕਿਸੇ ਦੁਕਾਨਦਾਰ ਵੀਰ ਨਾਲ, ਕਿਸੇ ਮਜ਼ਦੂਰ ਨਾਲ ਧੱਕਾ ਹੁੰਦਾ ਸੀ, ਉਹਦੇ ਨਾਲ ਬਰਾਬਰ ਖੜਦੇ ਆ। ਪਹਿਲਾਂ ਵੀ ਖੜਦੇ ਰਹੇ ਆ, ਤੁਹਾਡੀ ਨਿਗਾਹ 'ਚ ਨਹੀਂ ਆਏ ਸੀਗੇ। ਹੁਣ ਤੁਸੀਂ ਥੋੜ੍ਹਾ ਪਿਕਚਰਾਈਜੇਸ਼ਨ ਅੰਦੋਲਨ ਵੱਡਾ ਹੋਣ ਕਾਰਨ ਇੰਟਰਨੈਸ਼ਨਲ ਹੋਣ ਨਾਲ ਆ ਗਏ ਆ। ਉਹ ਸਾਡੀ ਜਿਹੜੀ
ਮਤਲਬ ਕਿ ਇਹਦਾ ਕਾਰਜਸ਼ੀਲਤਾ ਜਿਹੜੀ ਸੇਵਾ ਸਾਡੀ ਉਹ ਸਾਡੀ ਜਾਰੀ ਰਹੂਗੀ। ਪਰ ਜਿਹੜੇ ਸੁਸਾਈਡਸ ਹੋ ਰਹੇ ਨੇ ਹੋਰ ਹੋ ਰਿਹਾ, ਇਹ ਵੱਡੇ ਮੁੱਦੇ ਨੇ ਥੋੜ੍ਹੇ ਜਿਹੇ। ਫਸਲਾਂ ਦੇ ਜਿਹੜੇ MSP ਦੇ ਵੱਡੇ ਮੁੱਦੇ ਨੇ, ਤਾਂ ਵੱਡੀ ਲੜਾਈ ਕਰਨ ਇੱਥੇ ਆਏ ਹੋਏ ਆ। ਜਿਹੜੇ ਨਿੱਕੇ ਨਿੱਕੇ ਮੁੱਦੇ ਉਹ 'ਤੇ ਹੱਲ ਕਰਦੇ ਆ, ਪ੍ਰੈਸ਼ਰ ਪਾਉਂਦੇ ਆ ਸਰਕਾਰਾਂ ਦੇ ਉੱਤੇ। ਤੁਸੀਂ ਜਿਹੜੀ ਗੱਲ ਲੈ ਕੇ ਜਾਂਦੇ ਹੋ ਵੀ ਡੈਮੋਕ੍ਰੇਸੀ ਦਾ ਰਾਜ, ਵੋਟ ਰਾਜ ਹੁੰਦਾ ਤੇ ਵੋਟਾਂ ਦੇ ਰਾਜ, ਤੁਸੀਂ ਬਾਰ-ਬਾਰ ਸਾਨੂੰ ਕੁਐਸਚਨ ਪੁੱਛਣ ਦੀ ਕੋਈ ਲੋੜ ਨਹੀਂ। ਇਹ ਪੋਲੀਟੀਕਲ ਪਾਰਟੀਆਂ ਦਾ ਮਸਲਾ, ਉਹਨਾਂ ਨੂੰ ਪੁੱਛੋ। ਜਿੱਧਰ ਲੋਕ ਚਾਹੁੰਦੇ ਨੇ ਲੋਕ ਉਹ ਚੀਜ਼ ਲਿਆ ਦਿੰਦੇ ਨੇ। ਪਰ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਚੁਣਨਾ ਇਮਾਨਦਾਰ ਬੰਦਾ ਚੁਣਨ ਦੀ ਕੋਸ਼ਿਸ਼ ਕਰੋ। ਹੁਣ ਛੱਡ ਦਿਓ। ਹੁਣ ਆਹ ਜਿਹੜਾ 22 ਦੀ ਇਲੈਕਸ਼ਨ ਆਉਣੀ ਆ, ਜਿਹਦੇ ਵਾਸਤੇ ਕਲੀਅਰ ਕੱਟ ਸੁਣਨਾ ਚਾਹੁੰਦੇ ਹੋ, ਤਾਂ ਸਾਡੇ ਵੇਲੇ ਤਾਂ ਚੇਤਕ ਸਕੂਟਰ ਹੁੰਦੇ ਸੀ, ਰਿਜ਼ਰਵ ਲੱਗਿਆ ਹੁੰਦਾ ਸੀ ਉਹਦੇ ਥੱਲੇ, ਅਤੇ ਰਿਜ਼ਰਵ 'ਚ ਤੇਲ ਲੈ ਜਾਂਦਾ ਬਹੁਤ ਥੋੜ੍ਹਾ। ਜਦੋਂ ਲੈ ਜਾਂਦਾ ਤਾਂ ਉਹ ਇੱਕ ਲਾਈਟ ਹੁੰਦੀ ਸੀ ਸਾਡੇ ਜ਼ਮਾਨੇ ਦੀ, ਰਿਜ਼ਰਵ ਲੱਗ ਗਿਆ, ਹੁਣ ਤੇਲ ਪਾਉਣਾ ਮੂਹਰੇ। ਅਤੇ ਆਪਣਾ ਪੈਸਾ ਮੁੱਕ ਚੁੱਕਿਆ ਪੰਜਾਬ ਦਾ, ਇਕੋਨਮੀ ਬਹੁਤ ਡਾਊਨ ਆਈ ਹੋਈ ਆ, ਟੈਕਸੇਸ਼ਨ ਸਿਸਟਮ ਗਲਤ ਆ, ਕਰਪਸ਼ਨ ਗਲਤ, ਜੋ ਵੀ ਹੈਗਾ ਗਲਤ, ਰੇਤਾ ਚਿੱਟਾ ਰਿਸ਼ਵਤਖੋਰੀ ਜੋ ਵੀ ਆ, ਇਹ ਰਿਜ਼ਰਵ 'ਤੇ ਲੱਗਿਆ ਹੋਇਆ। ਹੁਣ ਬਸ ਇਹ ਜਿੱਥੇ ਵੀ ਖੜ ਜੇ ਇਹ ਤੇਲ ਵੋਟਰ ਪਾ ਸਕਦੇ ਆ। ਵਧੀਆ ਸਰਕਾਰ ਬਣਾ ਕੇ ਇਹ ਰਿਜ਼ਰਵ ਦੀ ਸੁੱਚਬੰਦ ਹੋ ਕੇ ਉੱਪਰ ਆ ਸਕਦੀ ਆ, ਜੇ ਕੋਸ਼ਿਸ਼ ਕਰਨ, ਲੋਕਾਂ ਦੀ ਕੋਸ਼ਿਸ਼ ਕਰਨ, ਠੰਡੇ ਰੱਖਣ। ਅਤੇ ਵੱਡੀ ਗੱਲ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਚਾਹੁੰਦਾ, ਇਸ ਅੰਦੋਲਨ 'ਚ ਜਿਹੜੀ ਨੈਗੇਟਿਵਿਟੀ ਹੋਈ ਆ, ਮੈਂ ਮੰਨਦਾ। ਅਸੀਂ ਜਦੋਂ ਵਿਰੋਧ ਦੱਸਿਆ ਸੀ BJP ਦਾ ਵਿਰੋਧ ਦੱਸਿਆ, ਨਿੱਜ ਦਾ ਵਿਰੋਧ ਨਹੀਂ ਹੁੰਦਾ। BJP ਦੀ ਆਈਡੀਓਲੋਜੀ ਦਾ ਵਿਰੋਧ ਆ। ਕਾਲੇ ਝੰਡੇ ਲੈ ਕੇ, ਕਿਸਾਨੀ ਝੰਡੇ ਲੈ ਕੇ ਜਿੱਥੇ ਉਹਨਾਂ ਨੇ ਪ੍ਰੋਗਰਾਮ ਕਰਨਾ ਉਹਦਾ ਵਿਰੋਧ ਕਰਨਾ ਹੁੰਦਾ। ਜਾਂ ਜਿਹੜੇ ਪਾਰਟੀ ਦਾ ਜਾਂ ਕਿਸੇ MLA MP ਨੂੰ ਕੁਐਸਚਨ ਕਰਨਾ, ਤਾਂ ਉਹਦਾ ਇੱਕ ਸਾਰਥਿਕ ਤਰੀਕੇ ਨਾਲ ਖੜ ਕੇ ਆਰਾਮ ਨਾਲ ਬੋਲ ਕੇ ਪਿਆਰ ਨਾਲ ਵੀ ਕੁਐਸਚਨ ਕੀਤਾ ਜਾ ਸਕਦਾ। ਜਿਵੇਂ ਤੁਸੀਂ ਮੈਨੂੰ ਪੁੱਛ ਰਹੇ ਹੋ, ਐ ਵੀ ਕਿਸੇ ਲੀਡਰ ਨੂੰ ਪੁੱਛਿਆ ਜਾ ਸਕਦਾ। ਜਾ ਕੇ ਉਹਨਾਂ ਦੇ ਪਿੱਛੇ ਲਾਠੀ ਡੁੱਠੀ ਚੱਕਣੀ ਜਾਂ ਉਹਨਾਂ ਦੀ ਗੱਡੀਆਂ ਭਰਨੀਆਂ, ਇਹ ਕੋਈ ਵਧੀਆ ਪ੍ਰਥਾ ਨਹੀਂ ਜਿਹੜੀ ਚੱਲੀ ਆ। ਇਹ ਡੈਮੋਕ੍ਰੇਸੀ ਦਾ ਪਾਰਟ ਨਹੀਂ ਹੈ। ਸ਼ਾਂਤਮਈ ਅੰਦੋਲਨ ਨੂੰ ਤੁਸੀਂ ਆਪ ਦਾ ਅੰਦੋਲਨ, ਲੋਕਾਂ ਦਾ ਅੰਦੋਲਨ ਆ, ਲੋਕ ਅੰਦੋਲਨ ਬਣ ਚੁੱਕੇ, ਤੁਸੀਂ ਆਪਣਾ ਅੰਦੋਲਨ ਖਰਾਬ ਨਾ ਕਰੋ। ਉਹ ਜਿਹੜੀਆਂ ਤੁਹਾਡੀਆਂ ਦੁਸ਼ਮਣ ਪਾਰਟੀਆਂ ਨੇ, ਦੁਸ਼ਮਣ ਤਾਕਤਾਂ ਨੇ, ਉਹ ਤਾਂ ਚਾਹੁੰਦੀਆਂ ਨੇ ਵੀ ਅੰਦੋਲਨ ਨੂੰ ਦਿਖਾਈਏ ਵੀ ਹਿੰਸਕ ਆ ਇਹ। ਆਪਾਂ ਹਿੰਸਕ ਨਾ ਹੋਈਏ। ਵਿਰੋਧ ਤਾਂ ਜਾਰੀ ਰਹੂਗੀ, ਕੁਐਸਚਨ ਮਾਰਕ ਉਹਨਾਂ ਦੇ ਲਾਏ ਰੱਖਾਂਗੇ, ਪਰ ਉਹਦਾ ਇੱਕ ਤਰੀਕਾ ਹੋਣਾ ਚਾਹੀਦਾ, ਇੱਕ ਲੈਂਗੁਏਜ ਹੋਣੀ ਚਾਹੀਦੀ ਆ, ਇੱਕ ਡਿਸਟੈਂਸ ਹੋਣਾ ਚਾਹੀਦਾ, ਇੱਕ ਪੋਲੀਟੀਕਲ ਵੇ ਹੋਣਾ ਚਾਹੀਦਾ, ਜਿਹੜਾ ਤੁਸੀਂ ਉੱਥੇ ਬੈਠ ਕੇ ਉਹਨਾਂ ਦਾ ਵਿਰੋਧ ਕਰੋ ਜ਼ਰੂਰ ਕਰੋ। ਕਰਨ ਨੂੰ ਕਿਹਾ, SKM ਨੇ ਵੀ ਕਿਹਾ, ਪਰ ਹੱਦਾਂ ਨਾ ਟੱਪੋ ਕਿ ਉਹਨਾਂ ਨੂੰ ਆਪਾਂ ਨੂੰ ਹਿੰਸਕ ਕਹਿ ਕੇ ਆਪਣੇ ਬੱਚਿਆਂ ਦੇ ਪਰਚੇ ਹੋਣ, ਕਿਉਂਕਿ ਯੂਥ ਕਈ ਵਾਰੀ ਭੜਕ ਜਾਂਦਾ, ਆਪੇ ਤੋਂ ਬਾਹਰ ਹੋ ਜਾਂਦਾ। ਮੈਨੂੰ ਤੁਹਾਡੇ ਥਰੂ ਮੈਂ ਉਹਨਾਂ ਨੂੰ ਰਿਕੁਐਸਟ ਹੀ ਕਰਨਾ ਚਾਹੁੰਦਾ ਵੀ ਆਪਣਾ ਅੰਦੋਲਨ ਸ਼ਾਂਤਮਈ ਆ। ਇਹ ਵਰਲਡ ਦੇਖ ਰਿਹਾ, ਇਹਦੀਆਂ ਥੀਸਿਸ ਲਿਖੇ ਜਾਣੇ ਨੇ, ਤਾਂ ਇਹਨੂੰ ਜਦੋਂ ਆਪਾਂ ਪੰਜਾਬ ਹਰਿਆਣਾ 'ਚ ਕਿਤੇ ਵੀ ਕਰਦੇ ਆ ਤਾਂ ਹਿੰਸਕ ਨਾ ਬਣਾਓ। ਲੋਕਾਂ ਦੇ ਲਿਆਰਿਆਂ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਕਿ ਜੇਕਰ ਭਾਜਪਾ ਵਾਲੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸਾਡੀ ਤਾਂ ਸਰਕਾਰ ਬਣਨੀ ਹੈ, ਅਸੀਂ 117 ਸੀਟਾਂ ਦੇ ਉੱਤੇ ਚੋਣ ਵੀ ਲੜਾਂਗੇ, ਜਿੱਤ ਵੀ ਹਾਸਲ ਕਰਾਂਗੇ, ਔਰ ਸਾਡੇ ਤੋਂ ਲਿਖਵਾ ਕੇ ਲੈ ਲਓ ਕਿ ਸਾਡੀ ਜਿੱਤ ਪੱਕੀ ਹੈ, ਤਾਂ ਲੱਗਦਾ ਕਿ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਹ ਇਸ ਖੇਤੀ ਕਾਨੂੰਨਾਂ ਦਾ ਹੱਲ ਕਰ ਦੇਣਗੇ, ਇਹਨਾਂ ਨੂੰ ਰੱਦ ਕਰਨਗੇ, ਜਾਂ ਕੋਈ ਵੀ ਇਹਦਾ ਹੱਲ ਕਰ ਦੇਣਗੇ ਅੰਦੋਲਨ ਦਾ। ਉਸ ਤੋਂ ਬਾਅਦ ਜਿਹੜਾ ਇਹ ਰੋਹ ਆ ਉਹਨਾਂ ਦੇ ਖਿਲਾਫ, ਉਹ ਉਹਨਾਂ ਦੇ ਹੱਕ ਦੇ ਵਿੱਚ ਭੁਗਤਣ ਲੱਗ ਜੂਗਾ। ਰਾਜਨੀਤੀ ਤਰੀਕੇ ਹੁੰਦੇ ਆ ਜੀ, ਹਰ ਤਰੀਕਾ ਦਾ ਪੇਚ ਖੇਡਦੇ ਨੇ। ਜਿਹੜੇ ਜੇ ਮੈਂ ਇਲੈਕਸ਼ਨਾਂ ਖੜਾ ਮੈਂ ਕਹੂੰਗਾ ਮੈਂ ਤਾਂ ਜਿੱਤੂਗਾ, ਜਾਂ ਮੈਂ ਕਹੂੰਗਾ ਮੈਂ ਹਾਰੂੰਗਾ, ਮੈਨੂੰ ਵੋਟ ਕੌਣ ਪਾਊਗਾ, ਇਹ ਉਹਨਾਂ ਦੇ ਦਾ ਪੇਚ ਨੇ ਕਰ ਲੈਣ ਤੋਂ ਲੋਕਾਂ ਨੂੰ ਸਭ ਪਤਾ। ਤੋਮਰ ਤਾਂ ਮੰਨਦਾ ਨਹੀਂ, ਕਹਿੰਦਾ ਹਾਲੇ ਵੀ ਕਹਿੰਦਾ ਵੀ ਇਹ ਖੇਤੀ ਕਾਨੂੰਨ ਜਿਹੜੇ ਉਹ ਰੱਦ ਨਹੀਂ ਹੋਣੇ। ਦੇਖੋ ਉਹਦੇ ਮੰਨਣ ਨਾਲ ਤਾਂ ਹੈ ਨਹੀਂ। ਖੇਤੀ ਕਰਨੀ ਅਸੀਂ, ਸਾਨੂੰ ਬਿਨਾਂ ਪੁੱਛੇ ਬਣਾਤਾ। ਜੇ ਅੰਦੋਲਨ ਲੜ ਰਹੇ ਹਾਂ ਅਸੀਂ ਸੋਚ ਸਮਝ ਕੇ ਆਏ ਹਾਂ। ਜਿਹੜੇ ਕਹਿੰਦੇ ਸੀ ਵੀ ਅਨਪੜ੍ਹ ਨੇ ਕਿਸਾਨ, ਵੀ ਇਹਨਾਂ ਨੂੰ ਕਿਸੇ ਨੇ ਭੜਕਾਇਆ ਜਾਂ ਕਿਸੇ ਸਿਆਸੀ ਪਾਰਟੀ ਨੇ ਬਿਠਾਇਆ, ਹੁਣ 8 ਮਹੀਨੇ ਦਾ ਕੋਈ ਸਿਆਸੀ ਪਾਰਟੀ ਬਿਠਾਉਣੋਂ ਰਹਿ ਗਈ। ਅਤੇ ਜਾਂ ਸਾਨੂੰ ਭੜਕਾਉਣਾ ਹੁੰਦਾ ਤਾਂ ਮਹੀਨੇ ਡੇਢ ਮਹੀਨੇ ਦੀ ਗੱਲ ਹੁੰਦੀ, ਜਾਂ ਇਸ ਤੋਂ ਬਾਅਦ ਕੀ ਭੜਕਾ ਸਕਦੇ ਆ। ਜੇ 4 ਅਸੀਂ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਅਸੀਂ ਇਹ 'ਤੇ ਲਿਆਏ ਵੀ 12 ਅਮੈਂਡਮੈਂਟ ਕਰ ਲਓ। 10ਵੀਂ ਮੀਟਿੰਗ ਦੇ ਵਿੱਚ ਉਹ ਇਸ ਗੱਲ 'ਤੇ ਆ ਗਏ ਵੀ ਭਾਈ ਇਹ ਤਾਂ 1.5 ਸਾਲ ਹੀ ਸੀਜ਼ ਕਰ ਲਓ। ਫਿਰ ਕਿਉਂ ਆਏ ਸੀਗੇ, ਕਿਉਂ ਅਮੈਂਡਮੈਂਟ 'ਤੇ ਆਏ ਸੀ? ਜੇ ਪਤਾ ਲੱਗਿਆ ਟੇਬਲ ਟਾਕ ਤੋਂ ਭੱਜਿਆ, ਤਾਂ 22 ਜਨਵਰੀ ਤੋਂ ਲੈ ਕੇ ਹੁਣ ਤੱਕ ਤੋਮਰ ਜੀ ਸਾਡੇ ਟੇਬਲ ਟਾਕ 'ਤੇ ਵੀ ਨਹੀਂ ਬੈਠੇ। ਇਹ ਟੇਬਲ ਟਾਕ ਤੋਂ ਭੱਜ ਰਹੇ ਆ, ਤਾਂ ਕਾਨੂੰਨ ਤੁਹਾਨੂੰ ਸਮਝ ਸਕਦੇ ਆ ਵੀ ਕਿੰਨੇ ਗਲਤ ਹੋ ਸਕਦਾ। ਜੋਸ਼ੀ ਨੂੰ ਭਾਜਪਾ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ। ਕੀ ਲੱਗਦਾ ਜੋਸ਼ੀ ਦਾ ਜਿਹੜਾ ਫੈਸਲਾ ਸੀਗਾ ਉਹ ਸਿਆਸਤ ਤੋਂ ਪ੍ਰੇਰਿਤ ਹੀ ਲੱਗਦਾ, ਜਾਂ ਵਾਕਿਆ ਹੀ ਕਿਸਾਨਾਂ ਦੇ ਲਈ ਦਰਦ ਸੀਗਾ? ਦੇਖੋ ਸਿਆਸਤ ਨੂੰ ਤਾਂ ਹੀ ਸਮਝਦੇ ਨਹੀਂ, ਤਾਂ ਪਿੰਡੋਂ ਪਿੰਡਾਂ 'ਚ ਆਏ ਹੋਏ ਆ। ਪਰ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਬੋਲਿਆ ਸੀ ਤਾਂ ਐਡੀ ਵੱਡੀ ਸਜ਼ਾ ਦੇਣੀ ਪਾਰਟੀ ਨੂੰ ਜ਼ਰੂਰੀ ਨਹੀਂ। ਹਰ ਡੈਮੋਕ੍ਰੈਟਿਕ ਪਾਰਟੀ ਨੂੰ ਸਮਝ ਲੈਣਾ ਚਾਹੀਦਾ। ਉਹਨਾਂ ਨੇ ਇੱਕ ਪੰਜਾਬੀਅਤ ਹੋਣ ਦਾ ਫਰਜ਼ ਨਿਭਾਇਆ। ਅਸੀਂ ਉਹਨਾਂ ਦਾ ਸ਼ੁਕਰੀਆ ਕਰਦੇ ਹਾਂ ਵੀ ਉਹ ਕਿਸਾਨਾਂ ਵਾਸਤੇ ਜਾਂ ਆਮ ਆਵਾਮ ਵਾਸਤੇ ਉਹਨਾਂ ਨੇ ਆਵਾਜ਼ ਉਠਾਈ। ਲੱਗਦਾ ਕਿ ਸੰਸਦ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਵਿਹਪ ਤੁਸੀਂ ਜਾਰੀ ਕੀਤੇ ਆ, ਜਿਨ੍ਹਾਂ ਤੱਕ ਆਪਣੇ ਚੇਤਾਵਨੀ ਪੱਤਰ ਪਹੁੰਚਾਏ ਆ, ਆਵਾਜ਼ ਚੁੱਕਣਗੇ? ਚੁੱਕ ਰਹੇ ਆ, ਤੁਹਾਡੇ ਸਾਹਮਣੇ ਚੁੱਕ ਰਹੇ ਆ। ਉਹ ਨਹੀਂ ਹੁਣ ਰਹਿੰਦੇ, ਹੁਣ ਤਾਂ ਚੁੱਕਣਗੇ ਆਵਾਜ਼। ਜੇ ਨਾ ਚੁੱਕੀ ਤਾਂ ਫਿਰ ਵਿਰੋਧ ਉਹਨਾਂ ਦਾ ਵੀ? ਉਹ ਤਾਂ ਕੋਈ ਸ਼ੱਕ ਹੀ ਨਹੀਂ, ਕਹਿਣ ਦੀ ਲੋੜ ਨਹੀਂ ਪੈਣੀ, ਪਰ ਵਿਰੋਧ ਦਾ ਤਰੀਕਾ ਸਹੀ ਰੱਖਿਆ ਜਾਣਾ ਬਸ। ਬਿਲਕੁਲ। ਇਸ ਨਾਲ ਹਰਮੀਤ ਸਿੰਘ ਕਾਦੀਆਂ, ਇਸ ਅੰਦੋਲਨ ਨੂੰ ਲੈ ਕੇ ਕਾਫੀ ਗੱਲਾਂ ਹੋਈਆਂ ਨੇ, ਕਿਉਂਕਿ 8 ਮਹੀਨੇ ਜਿਹੜੇ ਆ ਉਹ ਇਸ ਕਿਸਾਨਾਂ ਦੇ ਅੰਦੋਲਨ ਨੂੰ ਹੋ ਚੱਲੇ ਆ।
ਪੰਜਾਬ ਦੇ ਵਿੱਚ ਸਾਲ ਭਰ ਤੋਂ ਜ਼ਿਆਦਾ ਹੋ ਗਿਆ, ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਕਿਸਾਨਾਂ ਦੇ ਵੱਲੋਂ, ਉੱਥੇ ਥਾਂ ਥਾਂ ਦੇ ਉੱਤੇ ਧਰਨੇ ਲਗਾਏ ਗਏ ਇਸ ਅੰਦੋਲਨ ਦੇ ਲਈ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ, ਔਰ ਫਿਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆ ਕੇ ਬੈਠ ਗਏ ਔਰ ਲਗਾਤਾਰ ਇੱਥੇ ਤਕਰੀਬਨ 8 ਮਹੀਨਿਆਂ ਤੋਂ ਬੈਠੇ ਹੋਏ ਆ। ਔਰ ਹੁਣ ਸੰਸਦ ਵੱਲ ਜਿਹੜਾ ਉਹ ਕੂਚ ਕੀਤਾ ਜਾਣਾ, ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ। ਇੱਕ ਵੱਖਰਾ ਢੰਗ ਹੋਏਗਾ ਔਰ ਨਵਾਂ ਢੰਗ ਹੋਏਗਾ ਇੱਕ ਰੋਸ ਪ੍ਰਦਰਸ਼ਨ ਦਾ, ਕਿਉਂਕਿ ਕਿਸਾਨਾਂ ਦੀ ਸੰਸਦ ਉੱਥੇ ਵੀ ਲੱਗੇਗੀ। ਉਹਦੇ ਵਿੱਚ ਕਿਸ ਤਰ੍ਹਾਂ ਇਹ ਆਪਣੇ ਮੁੱਦੇ ਚੁੱਕਦੇ ਆ, ਕਿਸ ਤਰ੍ਹਾਂ ਜਿਹੜੇ ਸਾਂਸਦ ਅੰਦਰ ਬੈਠੇ ਆ ਉਹਨਾਂ ਤੇ ਦਬਾਅ ਬਣਾਉਂਦੇ ਆ ਕਿ ਉਹ ਵੀ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਅੰਦਰ ਚੁੱਕਣ, ਸਰਕਾਰ ਤੱਕ ਪਹੁੰਚਾਉਣ ਤੇ ਉਹਨਾਂ ਦਾ ਹੱਲ ਕਰਾਉਣ। ਇਹ ਵੇਖਣ ਵਾਲੀ ਗੱਲ ਹੋਏਗੀ। ਅੱਜ ਮੋਰਚੇ ਦੀ ਜਿਹੜੀ ਤਸਵੀਰ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ 8 ਮਹੀਨਿਆਂ ਦੇ ਵਿੱਚ ਮੋਰਚੇ ਦੇ ਵਿੱਚ ਕੀ ਕੁਝ ਤਬਦੀਲੀਆਂ ਆਈਆਂ ਨੇ ਔਰ ਕਿੰਨਾ ਕੁ ਜੋਸ਼ ਜਿਹੜਾ ਉਹ ਕਿਸਾਨਾਂ ਦੇ ਵਿੱਚ ਹਾਲੇ ਵੀ ਬਰਕਰਾਰ ਹੈ। ਕੈਮਰਾਮੈਨ ਵਿਨੇ ਦੇ ਨਾਲ ਮੈਂ ਜਤਿੰਦਰ ਸਿੰਘ, FYI ਮੀਡੀਆ, ਸਿੰਘੂ ਬਾਰਡਰ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।